सो बड़ी शॉर्ट पीरियड थोड़ी देर के असीं तुहानूं उन्हां नाल रूबरू कराउण जा रहे हैं। कवितावां के खेत्र दे विच, गज़लां के खेत्र दे विच उन्हां दा नाम साहित्य के खेत्र दे विच बड़े ही आदर के नाल लिया जाता है। बहुत कुछ सुखण नूं है उन्हां तों। समंदर ने इस फील्ड दे विच, इस खेत्र दे विच जिन्ना असीं कह सकते हैं उन्ना घट है उन्हां दा। बस थोड़ी देर के अंदर असीं उन्हां नाल तुहानूं रूबरू करवाउण जा रहे हैं पद्मश्री डॉक्टर सुरजीत पाठक जी नाल। सत श्री अकाल सर। सर तुहाडे कोल एक अनम्यूट का बटन है, प्लीज उन्होंने अनम्यूट करो। डॉक्टर सुजीत सर, तो हम रिक्वेस्ट भेज दें जी, आस्क टू अनम्यूट की, प्लीज उन्होंने अनम्यूट करिए। सुजीत सर, मेरी आवाज सुन पा रहे हो सर? तुहाडे कोल ना बटन होएगा अनम्यूट का, अपने आप को अनम्यूट करना, प्लीज ऑन अनम्यूट करो सर। थैंक यू जी। हाँ जी, सत श्री अकाल जी सारे नूं। जिहड़ा समय की असीं उम्मीद कर रहे सी वो समा पूरा हो गया है, साडी उम्मीद खत्म हुई है। साडे जिहड़े अज दे मेहमान ने साडे नाल जुड़ चुके हैं। उद्बोध द टॉक शो गुलजार ग्रुप इंस्टीट्यूट वालों एक ऐसा प्रोग्राम है, ऐसा टॉक शो है जो करवाया जाता है जिस असीं श्रोतिਆਂ ਨੂੰ समाज के ਜਾਂ उनकी शख्सियतां ਹਨ ਉਹਨਾਂ ਨਾਲ रूबरू करवाਉਂਦੇ हैं। जिवें मैं तुहानूं दस्सिया सी कि पहले उद्बोध दे विच असीं श्री अनमोल क्वात्रा जी, डॉक्टर कुलवंत धालीवाल जी, महिला ढोल प्लेयर जहांगीर सिंह जी, उन्हां नाल तुहानूं रूबरू करवाया सी। सो अज जिहड़ी शख्सियत नाल असीं तुहानूं रूबरू करवाउण जा रहे हैं वो भारत के उच्चे सन्मानां जिवें कि पद्मश्री, पंजाब साहित्य अकैडमी, भारतीय भाषा परिषद, सरस्वती सम्मान नाल नवाजे जा चुके हैं।
ਇਹਨਾਂ ਦਾ ਜਨਮ 1945 ਵਿੱਚ ਜਲੰਧਰ ਦੇ ਪਿੰਡ ਪਾਤੜਾ ਕਲਾਂ ਦੇ ਵਿੱਚ ਹੋਇਆ। ਇਹਨਾਂ ਨੇ ਆਪਣੀ ਗ੍ਰੈਜੂਏਸ਼ਨ ਮੁੱਢਲੀ ਸਿੱਖਿਆ ਜਿਹਨੂੰ ਕਹਿ ਸਕਦੇ ਹਾਂ ਗੁਰਦੀਪ ਕਾਲਜ ਕਪੂਰਥਲਾ ਤੋਂ ਪ੍ਰਾਪਤ ਕੀਤੀ। MA ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅਤੇ PhD ਡਾਕਟਰੇਟ ਇਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। PA ਲੁਧਿਆਣਾ ਵਿੱਚ ਅਧਿਆਪਕ ਦੇ ਤੌਰ ਤੇ ਡਿਊਟੀ ਕਰਦਿਆਂ ਇਹਨਾਂ ਨੇ ਆਪਣਾ ਜੀਵਨ ਸਮਾਜ ਨੂੰ ਸਮਰਪਿਤ ਕੀਤਾ। ਹਵਾ ਵਿੱਚ ਲਿਖੇ ਹਰਫ ਬਿਰਖ ਅਰਜ ਕਰੇ, ਹਨੇਰੇ ਵਿੱਚ ਸੁਲਗਦੀ ਵਰਨਮਾਲਾ ਦੇ ਨਿਰਮਾਣਕਾਰੀ, ਕਵਿਤਾਵਾਂ ਅਤੇ ਗਜ਼ਲ ਦੀ ਦੁਨੀਆ ਵਿੱਚ ਰੁਸ਼ਨਾਈ ਕਰਦੇ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਜੀ ਦਾ ਮੈਂ ਆਪਣੇ ਸ਼ੋਅ ਉਦਬੋਧ ਵਿੱਚ ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟਸ ਵੱਲੋਂ ਸਵਾਗਤ ਕਰਦਾ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਔਰ ਸਤਿਕਾਰ, ਔਰ ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟਸ ਦਾ ਬਹੁਤ ਮੈਂ ਸ਼ੁਕਰਗੁਜ਼ਾਰ ਹਾਂ। ਉਹਨਾਂ ਨੇ ਅੱਜ ਦਾ ਮੌਕਾ, ਅੱਜ ਸਮਾਂ ਮੇਰੇ ਲਈ ਨਿਯਤ ਕੀਤਾ, ਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸਰ, ਬਹੁਤ ਬਹੁਤ ਸ਼ੁਕਰੀਆ ਸਰ। ਮੈਂ ਆਪਣੀ ਖੁਸ਼ੀ ਨੂੰ ਜ਼ਾਹਰ ਨਹੀਂ ਕਰ ਸਕਦਾ ਇੰਨੀ ਵੱਡੀ ਪਰਸਨੈਲਿਟੀ ਦੇ ਨਾਲ ਗੱਲ ਕਰਦੇ ਹੋਏ। ਥੋੜਾ ਨਰਵਸ ਵੀ ਹਾਂ ਤੇ ਥੋੜੀ ਖੁਸ਼ੀ ਵੀ ਹੈ ਇਸ ਦੇ ਵਿੱਚ ਕਿ ਇੰਨੀ ਵੱਡੀ ਸ਼ਖਸੀਅਤ ਦੇ ਨਾਲ ਮੈਨੂੰ ਇਹ ਮੌਕਾ ਦਿੱਤਾ ਗਿਆ ਕਾਲਜ ਵੱਲੋਂ ਕਿ ਮੈਂ ਸਾਰਿਆਂ ਨੂੰ ਸਰ ਦੇ ਨਾਲ ਸਰ ਇਸ ਟਾਕ ਸ਼ੋ ਨੂੰ ਅੱਗੇ ਵਧਾਉਂਦੇ ਹੋਏ ਮੈਂ ਕੁਝ ਪ੍ਰਸ਼ਨ ਤੁਹਾਡੇ ਕੋਲ ਪੁੱਛਣਾ ਚਾਹਾਂਗਾ, ਜਿਹਦੇ ਵਿੱਚ ਸਾਰਿਆਂ ਤੋਂ ਪਹਿਲਾ ਜਿਹੜਾ ਮੇਰਾ ਪ੍ਰਸ਼ਨ ਹੈ ਤੁਹਾਡੇ ਅੱਗੇ ਇਹ ਹੈ ਕਿ ਡਾਕਟਰ ਸੁਰਜੀਤ ਪਾਤਰ, ਇਹ ਜਿਹੜਾ ਪਾਤਰ ਤੁਸੀਂ ਆਪਣੇ ਨਾਮ ਦੇ ਨਾਲ ਸੁਸ਼ੋਭਿਤ ਕੀਤਾ ਹੋਇਆ ਹੈ, ਕੋਈ ਇਹਦੀ ਸਟੋਰੀ, ਇਹਦੀ ਕੋਈ ਕਹਾਣੀ ਕੁਝ ਸਾਨੂੰ ਇਸ ਬਾਰੇ ਦੱਸਣਾ ਚਾਹੋਗੇ ਸਰ? ਜਿਸ ਤਰ੍ਹਾਂ ਤੁਸੀਂ ਆਪਣੀ ਜਾਣ ਪਛਾਣ ਤੋਂ ਦੱਸਿਆ ਮੇਰੇ ਬਾਰੇ ਕਿ ਮੇਰਾ ਜਨਮ ਪੱਤੜ ਕਲਾਂ ਹੋਇਆ ਸੀਗਾ ਜਲੰਧਰ ਵਿੱਚ। ਮੈਂ ਜਦੋਂ ਆਪਣੀਆਂ ਨਜ਼ਮਾਂ ਲਿਖਣੀਆਂ ਸ਼ੁਰੂ ਕੀਤੀਆਂ, ਮੈਂ ਜਦੋਂ ਛਪਣ ਲਈ ਭੇਜਿਆ ਤੇ ਮੈਂ ਆਪਣਾ ਨਾਮ ਇਹਦੇ ਭੇਜਿਆ ਸੁਰਜੀਤ ਪੱਤੜ। ਮੈਂ ਆਪਣੇ ਪਿੰਡ ਦਾ ਨਾਮ ਨਾਲ ਲਾਇਆ ਸੀ। ਤੋ ਪਰ ਨਵਤੇਜ ਸਿੰਘ ਉਦੋਂ ਬਹੁਤ ਇੱਕ ਵੱਡੇ ਮੈਗਜ਼ੀਨ ਦੇ ਪ੍ਰੀਤ ਲੜੀ, ਆਪਾਂ ਸਾਰੇ ਜਾਣਦੇ ਹਾਂ ਪ੍ਰੀਤ ਲੜੀ ਜੀ ਚੱਲਦਾ, ਪੂਨਮ ਉਹਨਾਂ ਦੀ ਮੇਰੇ ਖਿਆਲ 'ਚ ਜਿਹਨੂੰ ਕਹਿੰਦੇ ਆ ਕਿ ਪੋਤ ਨੂੰ ਚਲਾਉਂਦੀ ਆ, ਤੇ ਉਦੋਂ ਬਹੁਤ ਜ਼ਿਆਦਾ ਮਸ਼ਹੂਰ ਸੀ, ਬਹੁਤ ਜ਼ਿਆਦਾ ਉਹਦੀ ਸਰਕੂਲੇਸ਼ਨ ਸੀ। ਤੇ ਉੱਥੇ ਮੈਂ ਜਦੋਂ ਆਪਣੀਆਂ ਕਵਿਤਾਵਾਂ ਭੇਜੀਆਂ ਤੇ ਉਹਨਾਂ ਮੈਨੂੰ ਕਿਹਾ ਕਿ ਕਵਿਤਾਵਾਂ ਤੁਹਾਡੀਆਂ ਚੰਗੀਆਂ ਪਰ ਤੁਹਾਡਾ ਨਾਮ ਨਹੀਂ ਮੈਨੂੰ ਪਸੰਦ ਆਇਆ। ਨਵਤੇਜ ਮੈਨੂੰ ਕਹਿਣ ਲੱਗੇ ਕਿ ਜਿਹੜਾ ਨਾਮ ਹੈ ਪੱਤੜ, ਉਹਨਾਂ ਨੂੰ ਕਹਿੰਦੇ ਮੈਨੂੰ ਇਹ ਮਿਊਜ਼ੀਕਲ ਨਹੀਂ ਲੱਗਦਾ, ਮੈਨੂੰ ਇੱਕ ਕੋਮਲ ਜਿਹਾ ਨਾਮ ਨਹੀਂ ਆ। ਤੋ ਮੇਰੇ ਲਈ ਬਹੁਤ ਇਹ ਦੁਬਦਾ ਦਾ ਮੌਕਾ ਹੋ ਗਿਆ। ਮੈਂ ਕਿਹਾ ਕਿ ਮੈਂ ਹੁਣ ਕੀ ਕਰਾਂ ਆਪਣੇ ਨਾਮ ਦਾ। ਤੋ ਮੈਂ ਉਹਨਾਂ ਨੂੰ ਕਿਹਾ ਕਿ ਚਲੋ ਮੈਂ ਅਜੇ ਇਹਨੂੰ ਸੋਚ ਲਵਾਂਗਾ, ਪਰ ਹੁਣ ਤੁਸੀਂ ਫਿਲਹਾਲ ਮੇਰੇ ਇਸੇ ਨਾਮ ਤੇ ਕਵਿਤਾਵਾਂ ਛਾਪ ਦਿਓ। ਉਹਨਾਂ ਨੇ ਖੈਰ ਛਾਪੀਆਂ, ਪਰ ਉਹਨਾਂ ਨੇ ਥੋੜਾ ਜਿਹਾ ਮੇਰਾ ਨਾਮ ਬਦਲਿਆ। ਉਹਨਾਂ ਨੇ ਮੇਰੇ ਨਜ਼ਮਾਂ 1964 ਵਿੱਚ ਪ੍ਰੀਤ ਲੜੀ ਛਪੀਆਂ, ਉੱਥੇ ਮੇਰਾ ਨਾਮ ਲਿਖਿਆ ਸੁਰਜੀਤ ਪੱਤਣ, ਯਾਨੀ ਰਾੜੇ ਦੀ ਜਗ੍ਹਾ ਉਹਨਾਂ ਨੇ ਨਾਣਾ ਜੀ ਸਰ ਦਰਿਆ ਦਾ ਪੱਤਣ ਜਾਂ ਨਦੀ ਦਾ ਪੱਤਣ। ਸੋ ਉਹਨਾਂ ਮੇਰਾ ਨਾਮ ਸੁਰਜੀਤ ਪੱਤਣ ਰੱਖ ਦਿੱਤਾ, ਸਮਝ ਲਓ। ਮੇਰੇ ਕੋਲ ਫਿਰ ਵੀ ਅਜੇ ਇਹ ਕਸਕ ਬਾਕੀ ਸੀ ਕਿ ਨਹੀਂ ਵੀ ਮੈਂ ਪੱਤਣ ਮੈਨੂੰ ਉਹਨਾਂ ਬਹੁਤਾ ਪਸੰਦ ਨਹੀਂ ਸੀ। ਤਾਂ ਫਿਰ ਇੱਕ ਬਹੁਤ ਸਮਝੋ ਕਿ ਇੱਕ ਮੌਕਾ ਮਿਲ ਹੋਇਆ ਕਿ ਮੈਂ ਆਪਣੇ ਕਾਲਜ ਮੈਗਜ਼ੀਨ ਵਿੱਚ ਆਪਣੀ ਇੱਕ ਪੰਜਾਬੀ ਕਵਿਤਾ ਦਾ ਅੰਗਰੇਜ਼ੀ ਤਰਜਮਾ ਕੀਤਾ ਔਰ ਫਿਰ ਮੈਂ ਉਹਨੂੰ ਛਪਣ ਲਈ ਭੇਜਿਆ ਇੰਗਲਿਸ਼ ਸੈਕਸ਼ਨ 'ਚ। ਜਦੋਂ ਛਪ ਕੇ ਆਈ ਤੇ ਉਹਦੇ ਵਿੱਚ ਮੇਰੇ ਨਾਂ ਦੇ ਸਪੈਲਿੰਗ ਤਾਂ ਇੰਗਲਿਸ਼ ਵੀ ਲਿਖਣੇ ਹੋਣ ਸੀ, PAR। ਤੇ ਮੇਰਾ ਇੱਕ ਦੋਸਤ, ਬਹੁਤ ਮਖੌਲੀਆ ਦੋਸਤ, ਬਹੁਤ ਯਾਨੀ ਉਹ ਵਿੱਤੀ ਸੀਗਾ, ਹੈਗਾ ਅਜੇ ਵੀ ਦੁਨੀਆ ਤੇ, ਲੇਕਿਨ ਉਸ ਵੇਲੇ ਤਾਂ ਉਹ ਮੈਨੂੰ ਕਹਿਣ ਲੱਗਾ ਇਹ ਤਾਂ ਪੱਤੜ ਬਣਦਾ ਹੀ ਨਹੀਂ, ਇਹ ਤਾਂ ਪਾਟਰ, ਪਟਾਰ, ਪੈਟਰ, ਉਹ ਜਾਨੀ ਮੇਰੇ ਨਾਮ ਨਾਲ ਖੇਡਾਂ ਜਿਹੀਆਂ ਕਰਨ ਲੱਗ ਪਿਆ। ਤੋ ਜਦੋਂ ਉਹਨੇ ਪਾਟਰ ਕਿਹਾ ਤੇ ਮੈਂ ਕਿਹਾ ਬਸ ਹੁਣ ਤੂੰ
चुप कर, मैंने मेरा नाम मिल गया। तो मैं उस दिन तो अपने नाल फिर सुरजीत पात्र जोड़ लिया। सो हुण ਇਹਦੇ ਵਿੱਚ ਮੇਰਾ ਪਿੰਡ ਵੀ ਛੁਪਿਆ ਹੋਇਆ। ਹੁਣ ਰਿਸ਼ਤਾ ਵੀ ਮੇਰਾ ਪਿੰਡ ਨਾਲ ਇੰਨਾ ਕੀ ਆ ਕਿ ਮੈਂ ਬਹੁਤ ਘੱਟ ਜਾਣਾ, ਦਿਨ ਦਿਹਾੜ ਤੇ ਜਾਣਾ, ਤੋਂ ਪਰ ਜੁੜਿਆ ਹੋਇਆ ਜ਼ਰੂਰ ਆ। ਸੋ ਪਾਤਰ ਦੇ ਵਿੱਚ ਮੇਰਾ ਪਿੰਡ ਛੁਪਿਆ ਹੋਇਆ ਔਰ ਨਵਤੇਜ ਸਿੰਘ ਪ੍ਰੀਤਲੜੀ ਹੋਣਾ ਦੀ ਇਹ ਇੱਛਾ ਕਿ ਨਾਮ ਸੋਹਣਾ ਹੋਣਾ ਚਾਹੀਦਾ। ਸੋ ਇਸ ਤਰ੍ਹਾਂ ਮੇਰਾ ਨਾਮ ਸੁਰਜੀਤ ਪਾਤਰ ਬਣਿਆ। बहुत वधिया सर, बहुत अच्छा लगे जी, बहुत ही प्यारा लिंक है ये नाल जिहड़ा तुसीं दस्सिया कि हाँ मेरा नाम किवें सुरजीत पात्र जिहਨੂੰ तुसीं कवितावां दे विच जोड़ के रखिया। सर मेरा अगला प्रश्न तुहाडे वास्ते है कि मोस्टली जिहड़ियां तुहाडीआं कवितावां हन सर ਉਹ समाजिक चेतना बारे बड़ी डूंघाई नाल चित्र पेश करदी। सर ये थोड़ी ਜਿਹੀ ਰੋਸ਼ਨੀ ਪਾਓ कि ਤੁਹਾਡਾ ਖਾਸ ਇਸ ਖੇਤਰ ਨਾਲ ਜੁੜੇ ਰਹਿਣ ਦਾ ਕੀ ਕਾਰਨ ਹੈ। ਹੋਰ ਵੀ ਖੇਤਰ ਹਨ, ਕਵੀ ਤੁਹਾਨੂੰ ਪਤਾ ਹੈ ਹੋਰ ਬੜੇ ਖੇਤਰਾਂ ਬਾਰੇ ਗੱਲ ਕਰਦੇ ਹਨ, ਪਰ ਤੁਹਾਡਾ ਜਿਹੜਾ ਖਾਸ ਇੱਕ ਜੋ ਇੱਕ ਪੁਆਇੰਟ ਹੈ, ਏਰੀਆ ਹੈ, ਉਹ ਸਮਾਜਿਕ ਚੇਤਨਾ ਹੈ। ਇਹ ਸਰ ਇਸ ਬਾਰੇ ਥੋੜਾ ਜਿਹਾ ਸਾਡੇ ਚਾਨਣਾ ਪਾਓ। ਅਸਲ 'ਚ ਮੈਂ ਇੱਦਾਂ ਕਹਿੰਦਾ ਹੁੰਦਾ ਅਕਸਰ ਕਿ ਜਿਹੜੀ ਸ਼ਾਇਰੀ ਆ ਜਾਂ ਪੋਇਟਰੀ ਆ ਉਹ ਇੱਕ ਤਰ੍ਹਾਂ ਕਵੀ ਦੀ ਕਸ਼ੀਦ ਕੀਤੀ ਹੋਈ ਸਵੈ ਜੀਵਨੀ ਹੁੰਦੀ ਹੈ। ਮਤਲਬ ਉਹਦੇ ਵਿੱਚ ਉਹ ਸਭ ਕੁਛ ਆਉਂਦਾ ਜੋ ਕਵੀ ਦੀ ਜ਼ਿੰਦਗੀ ਵਿੱਚ ਆਇਆ ਹੁੰਦਾ, ਪਰ ਉਹਦੀ ਵਿਸਥਾਰ ਨਹੀਂ ਹੁੰਦਾ, ਕਿ ਉਹਦੀ ਡਿਟੇਲ ਨਹੀਂ ਹੁੰਦੀ। ਜਿਵੇਂ ਆਪ ਕਹਿੰਦੇ ਵੀ ਉਹਨੂੰ ਡਿਸਟਿਲ ਕਰ ਲਿਆ ਕਿਸੇ ਚੀਜ਼ ਨੂੰ, ਕਿ ਉਹ ਚੀਜ਼ ਨਹੀਂ ਦਿਖਾਈ ਦੇ ਰਹੀ, ਲੇਕਿਨ ਉਹ ਚੋਂ ਜੋ ਕੁਛ ਡਿਸਟਿਲ ਹੋਇਆ ਉਹਦੀ ਇੱਕ ਮਹਿਕ, ਉਹਦੀ ਫਲੇਵਰ ਉਹਦੇ ਵਿੱਚ ਕਾਇਮ ਹੁੰਦੀ ਆ। ਸੋ ਮੈਂ ਇਹਦਾ ਸਮਝਦਾ ਹੁੰਦਾ ਕਿ ਜਿਹੜੀ ਜੋ ਵੀ ਕਵੀ ਲਿਖਦਾ ਉਹਦੇ ਜੋ ਉਹਦੇ ਆਪਣੇ ਜੀਵਨ 'ਚ ਆਇਆ ਹੁੰਦਾ ਜਾਂ ਉਹਦੀ ਧਰਤੀ ਦੇ ਜੀਵਨ 'ਚ ਆਇਆ ਹੁੰਦਾ। ਕਿ ਮੈਂ ਕਿਉਂਕਿ ਮੈਂ ਇਕੱਲਾ ਤਾਂ ਮੈਂ ਕੁਛ ਵੀ ਨਹੀਂ ਆ, ਜੇ ਜੋ ਮੈਂ ਵੀ ਹਾਂ, ਤਾਂ ਮੇਰੀ ਸਾਰੀ ਜਾਂ ਮੇਰਾ ਸੈਲਫ ਜਾਂ ਮੇਰੀ ਆਈ ਜਿਹੜੀ ਆ ਜਿਹਨੂੰ ਮੈਂ ਕਹਿੰਦਾ, ਸੋ ਉਹ ਮੈਂ ਨਹੀਂ ਬਣਾਈ। ਉਸ ਮੈਂ ਨੂੰ ਬਣਾਉਣ 'ਚ ਕੁਦਰਤ ਦਾ ਹੱਥ ਹੈ, ਸਮਾਜ ਦਾ ਹੱਥ ਹੈ, ਮੇਰੇ ਜਿਹੜਾ ਵਾਤਾਵਰਨ ਦਾ ਹੱਥ ਹੈ। ਸੋ ਮੈਂ ਸਮਝਦਾ ਕਿ ਜਦੋਂ ਮੈਂ ਕਵਿਤਾ ਲਿਖਣੀ ਸ਼ੁਰੂ ਕੀਤੀ ਤੇ ਉਦੋਂ ਤੋਂ ਲੈ ਕੇ ਜਾਂ ਮੈਂ ਕਹਿੰਦਾ ਹੁੰਦਾ ਕਿ ਇੱਕ ਜਿਸ ਤਰ੍ਹਾਂ ਸਾਡੀਆਂ ਬੈਂਕਾਂ ਹੁੰਦੀਆਂ ਜਿੱਥੇ ਪੈਸੇ ਜਮ੍ਹਾਂ ਕਰਦੇ ਆ, ਇੱਦਾਂ ਹੀ ਹਰ ਬੰਦੇ ਦੀ ਮੈਮਰੀ ਬੈਂਕ ਹੁੰਦੀ ਹੈ। ਉਹਦੇ ਮਨ 'ਚ ਯਾਦਾਂ ਜਮ੍ਹਾਂ ਹੁੰਦੀਆਂ ਰਹਿੰਦੀਆਂ, ਬਹੁਤ ਸਾਰੀਆਂ ਚੰਗੀਆਂ ਮਾੜੀਆਂ ਖਬਰਾਂ, ਅਹਿਸਾਸ, ਜਿਵੇਂ ਉਸ ਇੱਕ ਬੈਂਕ 'ਚ ਜਮ੍ਹਾਂ ਹੁੰਦਾ ਰਹਿੰਦਾ। ਤੋ ਜਦੋਂ ਅਸੀਂ ਕੋਈ ਕਵਿਤਾ ਵੀ ਲਿਖਦੇ ਹਾਂ ਤਾਂ ਮੈਂ ਸਮਝਦਾ ਕਿ ਉਸ ਜਿਹੜੀ ਸਾਡਾ ਯਾਦਾਂ ਦਾ ਬੈਂਕ ਹੈ, ਉਹਦੇ ਚੋਂ ਅਸੀਂ ਬਹੁਤ ਕੁਛ ਲੈਂਦੇ ਹਾਂ। ਮੈਂ ਇਸ ਗੱਲ ਨੂੰ ਇੱਦਾਂ ਤੁਹਾਨੂੰ ਸਮਝਾ ਸਕਦਾ ਕਿ ਕਵਿਤਾ ਵੀ ਇੱਕ ਤਰ੍ਹਾਂ ਦੀ ਗੱਲਬਾਤ ਹੀ ਆ, ਕਿ ਇਹ ਸ਼ੇਅਰਿੰਗ ਹੈ, ਕਿ ਮੈਂ ਆਪਣੇ ਦਿਲ ਦੀ ਸਭ ਤੋਂ ਗਹਿਰੀ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ। ਅਸੀਂ ਦਿਨ ਭਰ ਗੱਲਾਂ ਕਰਦੇ ਹਾਂ, ਪਰ ਅਸੀਂ ਗਹਿਰੀਆਂ ਗੱਲਾਂ ਬਹੁਤ ਘੱਟ ਕਰਦੇ ਹਾਂ। ਅਸੀਂ ਜੇ ਕੋਈ ਪੁੱਛੇ ਕੀ ਹਾਲ ਚਾਲ ਹੈ, ਅਸੀਂ ਕਹਿੰਦੇ ਬਹੁਤ ਵਧੀਆ, ਠੀਕ ਹੈ ਜੀ, ਪਰ ਭਾਵੇਂ ਠੀਕ ਨਾ ਵੀ ਹੋਵੇ, ਕਿ ਸਾਡਾ ਅਸਲ ਹਾਲ ਕੁਛ ਹੋਰ ਹੁੰਦਾ, ਪਰ ਅਸੀਂ ਅਸਲ ਹਾਲ ਹਰ ਇੱਕ ਨੂੰ ਦੱਸ ਨਹੀਂ ਸਕਦੇ। ਤੋ ਅਸਲ ਹਾਲ ਅਸੀਂ, ਮੇਰਾ ਖਿਆਲ ਹੈ, ਕਵਿਤਾ ਨੂੰ ਹੀ ਦੱਸਦੇ ਹਾਂ। ਬਹੁਤ ਗਹਿਰੇ ਦੋਸਤਾਂ ਨੂੰ ਵੀ ਸ਼ਾਇਦ ਆਪਣਾ ਅਸੀਂ ਹਾਲ ਨਹੀਂ ਦੱਸਦੇ, ਪਰ ਕਵਿਤਾ ਨੂੰ ਅਸੀਂ ਆਪਣੀ ਸਭ ਤੋਂ ਗਹਿਰੀ ਰਾਜ਼ਦਾਨ ਸਮਝਦੇ ਹਾਂ। ਕਿ ਸਾਹਿਤ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਰਾਜ਼, ਸਭ ਤੋਂ ਵੱਡੇ ਸੀਕ੍ਰੇਟਸ, ਬੰਦਿਆਂ ਦੇ ਸਭ ਤੋਂ ਵੱਡੀਆਂ ਗਹਿਰੀਆਂ ਭਾਵਨਾਵਾਂ ਉਹਦੇ ਵਿੱਚ ਸ਼ਾਮਲ ਹੁੰਦੀਆਂ। ਸੋ ਮੈਂ ਜੇ ਮੈਂ ਸਮਾਜ ਬਾਰੇ ਵੀ ਲਿਖਦਾ ਤਾਂ ਸਮਾਜ ਬਾਰੇ ਮੈਂ ਇੱਦਾਂ ਹੀ ਲਿਖਦਾ ਕਿ ਜਿਹੜੀ ਗੱਲ ਮੈਨੂੰ ਦੁੱਖ ਦਿੰਦੀ ਆ ਜਾਂ ਸੁੱਖ ਦਿੰਦੀ ਆ, ਲਿਖ ਸਕਦਾ ਕਿ ਸਮਾਜ 'ਚ ਤਾਂ ਬਹੁਤ ਕੁਛ ਵਾਪਰਦਾ, ਪਰ ਜਿਹੜੀ ਮੈਨੂੰ ਇੱਕ ਵਾਰੀ ਝੰਜੋੜ ਜਾਂਦੀ ਕੋਈ ਗੱਲ, ਤਾਂ ਉਹੀ ਗੱਲ ਮੇਰੀ ਕਵਿਤਾ ਦੇ ਵਿੱਚ ਆਉਂਦੀ ਆ। ਸੋ ਮੈਂ ਸਮਝਦਾ ਕਿ ਮੇਰੀ ਜ਼ਿੰਦਗੀ, ਮੇਰਾ ਜੋ ਕਵਿਤਾ ਦਾ ਵਿਸ਼ਾ ਉਹ ਜ਼ਿੰਦਗੀ ਆ, ਔਰ ਜ਼ਿੰਦਗੀ ਵਿੱਚ ਸਮਾਜ ਵੀ ਸ਼ਾਮਲ ਹੈ, ਪੋਲਿਟਿਕਸ ਵੀ ਸ਼ਾਮਲ ਹੈ, ਔਰ ਮੇਰੇ ਬਹੁਤ ਨਿੱਜੀ ਅਨੁਭਵ ਵੀ, ਮੇਰੀਆਂ ਦੋਸਤੀਆਂ ਵੀ ਸ਼ਾਮਲ ਨੇ, ਮੇਰੇ ਵਿਛੋੜੇ ਵੀ
शामिल है, मेरे मेरे मिलाप भी शामिल है। सो कविता एक तरह तुहाडी जिहड़ा तुहाडा समुच्चा आपा हुंदा, समुच्चा सैल्फ ਉਹਦੀ ਆਵਾਜ਼ ਹੁੰਦੀ ਹੈ ਔਰ ਉਹਦੇ ਵਿੱਚ ਸਮਾਜ ਵੀ ਸ਼ਾਮਲ ਹੁੰਦਾ। ਉਹ ਵੱਖਰੀ ਗੱਲ ਹੈ ਕਿ ਕਿਸੇ ਪੋਇਟ ਨੂੰ ਸਮਾਜ ਦੀਆਂ ਜਿਹੜੀ ਰਾਜਸੀ ਗੱਲਾਂ ਘੱਟ ਟੁੰਬਦੀਆਂ, ਕਿਸੇ ਨੂੰ ਵੱਧ ਟੁੰਬਦੀਆਂ, ਕੋਈ ਸਿਰਫ ਕੁਦਰਤ ਨੂੰ ਬਿਆਨ ਕਰਦਾ। ਸੋ ਇੱਕ ਆਪੋ ਆਪਣੀ ਜਿਸ ਤਰ੍ਹਾਂ ਸੁਭਾਅ ਬਣੇ ਹੋ ਸਕਦੇ ਔਰ ਇਹ ਵੀ ਇੱਕ ਤੁਹਾਡੀ ਸਮਝ ਲਓ ਜਿਹੜੀ ਤੁਹਾਡੀ ਮੈਂ ਜਾਂ ਤੁਹਾਡਾ ਸੈਲਫ ਹੈ ਉਹਦਾ ਹਿੱਸਾ ਹੁੰਦਾ ਕਿ ਹਰੇਕ ਬੰਦੇ ਦੀ ਦਾ ਮਨੋਵਿਗਿਆਨ ਅਲੱਗ ਹੁੰਦਾ, ਉਹਦਾ ਪਾਲਣ ਪੋਸ਼ਣ ਅਲੱਗ ਹੁੰਦਾ। ਸੋ ਮੈਂ ਇਸ ਗੱਲ ਨੂੰ ਇਸ ਤਰ੍ਹਾਂ ਹੀ ਐਕਸਪਲੇਨ ਕਰ ਸਕਦਾ ਕਿ ਮੇਰੀ ਕਵਿਤਾ ਦਾ ਵਿਸ਼ਾ ਵੈਸੇ ਤਾਂ ਸਭ ਤੋਂ ਵੱਡਾ ਮੇਰਾ ਦਿਲ ਹੀ ਆ, ਪਰ ਉਸ ਦਿਲ ਨੂੰ ਜੋ ਕੁਝ ਵੀ ਹੁੰਦਾ, ਕਦੀ ਉਹਨੂੰ ਸਮਾਜ ਦਾ ਕੋਈ ਮਸਲਾ ਟੁੰਬ ਜਾਂਦਾ, ਕਦੀ ਉਹਨੂੰ ਕੋਈ ਕੁਦਰਤ ਦਾ ਦ੍ਰਿਸ਼ ਬਹੁਤ ਪਿਆਰਾ ਲੱਗਦਾ। ਸੋ ਉਹ ਸਾਰਾ ਕੁਝ ਮੇਰੀ ਕਵਿਤਾ 'ਚ ਆਪਣੇ ਆਪ ਸ਼ਾਮਲ ਹੋ ਜਾਂਦਾ। ਸਰ ਜਿਵੇਂ ਤੁਸੀਂ ਇਹ ਤਾਰ ਛੇੜੀ ਦਿੱਤੀ ਹੈ ਕਿ ਇਹ ਤੁਹਾਡੀਆਂ ਜਿਹੜੀਆਂ ਕਵਿਤਾਵਾਂ ਨੇ, ਗਜ਼ਲਾਂ ਨੇ, ਇਹ ਬਹੁਤ ਪ੍ਰੇਰਦੀਆਂ ਨੇ ਸਨ। ਸੋ ਕੀ ਕੁਝ ਜਿਹੜੀਆਂ ਤੁਹਾਡੀਆਂ ਦਿਲ ਲੱਗਦੀਆਂ ਜਿਹਨੂੰ ਤੁਸੀਂ ਮੰਨਦੇ ਹੋ ਹਾਂ ਤੁਸੀਂ ਬਹੁਤ ਰਚਨਾਵਾਂ ਕੀਤੀਆਂ ਨੇ, ਕੁਝ ਐਸੀਆਂ ਰਚਨਾਵਾਂ ਜੋ ਤੁਸੀਂ ਸਾਨੂੰ ਸ਼ੇਅਰ ਕਰਨਾ ਚਾਹੁੰਦੇ ਹੋ, ਕੁਝ ਦੋ ਲਾਈਨਾਂ ਦੱਸ ਕੇ ਉਹਨਾਂ ਬਾਰੇ ਕੁਝ ਦੱਸਣਾ ਚਾਹੋ ਜੋ ਤੁਹਾਡੀਆਂ ਪਸੰਦ ਦੀਆਂ ਤੁਹਾਡੀਆਂ ਰਚਨਾਵਾਂ? ਸੋ ਆਮ ਤੌਰ ਤੇ ਇੱਦਾਂ ਹੁੰਦਾ ਜੋ ਤੁਸੀਂ ਉਹਨੇ ਦਿਨ ਹੀ ਸੋਚ ਰਹੇ ਹੁੰਦੇ ਆ, ਜੋ ਮੈਂ ਇਸ ਵੇਲੇ ਸੋਚ ਰਿਹਾ ਤਾਂ ਮੇਰੇ ਖਿਆਲ 'ਚ ਕਵੀ ਦੇ ਦਿਲ ਦੇ ਸਭ ਤੋਂ ਵੱਧ ਨੇੜੇ ਉਹੀ ਹੁੰਦਾ ਕਿ ਪਰ ਲੋਕਾਂ 'ਚ ਉਹਦੀਆਂ ਕਵਿਤਾਵਾਂ ਹੋਰ ਹਰਮਨ ਪਿਆਰੀਆਂ ਹੁੰਦੀਆਂ। ਕਵੀ ਲਈ ਇੱਕ ਇੱਦਾਂ ਹੁੰਦਾ ਕਿ ਕਵੀ ਇਹ ਜੋ ਉਹ ਹੁਣ ਕਰ ਰਿਹਾ ਹੁੰਦਾ, ਜੋ ਲੇਟੈਸਟ ਕਰ ਰਿਹਾ ਹੁੰਦਾ, ਉਹਦਾ ਮੈਨੂੰ ਲੱਗਦਾ ਕਿ ਜ਼ਿਆਦਾ ਉਹਨੂੰ ਉਹਦਾ ਪਿਆਰ ਹੁੰਦਾ ਜਾਂ ਉਹਦੇ 'ਚ ਜ਼ਿਆਦਾ ਇਨਵੋਲਵ ਹੁੰਦਾ ਉਹਨਾਂ ਸਤਰਾਂ ਦੇ ਵਿੱਚ। ਤਾਂ ਮੈਂ ਤੁਹਾਨੂੰ ਇੱਕ ਇਹਨਾਂ ਦਿਨਾਂ 'ਚ ਮੈਂ ਜਿਹੜੀ ਇੱਕ ਰਚਨਾ ਲਿਖੀ, ਸੋ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਮੈਂ ਤੁਹਾਨੂੰ ਉਹਦਾ ਬੰਦ ਸੁਣਾਉਣਾ ਕਿ ਮੈਂ ਕਿਸ ਤਰ੍ਹਾਂ ਮਹਿਸੂਸ ਕਰਦਾ ਜਾਂ ਕਿਸ ਤਰ੍ਹਾਂ ਇਹਨਾਂ ਦਿਨਾਂ 'ਚ। ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ। ਉਹਦੇ ਵਿੱਚ ਇੱਦਾਂ ਸੀ ਕਿ ਮੈਂ ਇਸ ਤਰ੍ਹਾਂ ਮਹਿਸੂਸ ਕੀਤਾ ਕਿ ਜਿਹੜੀ ਜ਼ਿੰਦਗੀ ਆ, ਯਾਨੀ ਉਹਦੇ ਵਿੱਚ ਸਭ ਤੋਂ ਜਿਹੜੀ ਅਹਿਮ ਚੀਜ਼ ਆ ਉਹ ਕੁਦਰਤ ਹੈ। ਕੁਦਰਤ ਤੋਂ ਵੱਧ ਵਚਿੱਤਰ ਕੋਈ ਨਹੀਂ। ਬੇਸ਼ੱਕ ਸਾਇੰਸ ਨੇ ਵੀ ਬਹੁਤ ਅਲੋਕਾਰ ਕਾਢਾਂ ਕੱਢੀਆਂ, ਲੇਕਿਨ ਜਦੋਂ ਅਸੀਂ ਕੁਦਰਤ ਨੂੰ ਦੇਖਦੇ ਹਾਂ ਤੇ ਕੁਦਰਤ ਵਰਗਾ ਅਦਭੁਤ ਕੁਛ ਨਹੀਂ ਹੈ ਦੁਨੀਆ ਤੇ। ਬੇਸ਼ੱਕ ਇਹ ਹੋਏ ਕਿ ਕਾਲੇ ਬੀਜ ਦਾ ਉੱਗਣਾ ਤੇ ਉਹ ਚੋਂ ਸੂਹੇ ਫੁੱਲ ਖਿੜ ਪੈਣੇ, ਇਹ ਕਿੰਨੀ ਅਦਭੁਤ ਗੱਲ ਹੈ। ਔਰ ਜਾਂ ਤੁਸੀਂ ਮਨੁੱਖ ਦਾ ਸਰੀਰ ਦੇਖ ਲਓ, ਕਿੰਨੀ ਅਦਭੁਤ ਬਣਤਰ ਹੈ ਆਪਣੇ ਆਪ ਵਿੱਚ। ਸੋ ਕੁਦਰਤ ਵੀ ਮੇਰੇ ਲਈ ਯਾਨੀ ਬਹੁਤ ਵੱਡਾ ਅਹਿਮ ਵਿਸ਼ਾ ਮੇਰੀ ਸ਼ਾਇਰੀ ਦਾ। ਕੁਦਰਤ ਮੈਨੂੰ ਟੁੰਬਦੀ ਆ। ਐਨੀ ਦਿਨੀ ਮੈਂ ਇੱਦਾਂ ਮਹਿਸੂਸ ਕੀਤਾ ਜਿੱਦਾਂ ਹੁਣ ਆਪਾਂ ਇਸ ਦੌਰ 'ਚੋਂ ਲੰਘ ਰਹੇ ਹਾਂ ਕਿ ਅਸੀਂ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਅਸੀਂ ਇੱਕ ਆਫਤ 'ਚੋਂ ਲੰਘ ਰਹੇ ਹਾਂ। ਮੇਰੇ ਮਨ 'ਚ ਜਿਹੜੀ ਇਹਨਾਂ ਦਿਨਾਂ 'ਚ ਜਿਹੜੀ ਇੱਕ ਮੈਂ ਉਸ ਕਵਿਤਾ ਦਾ ਕੁਛ ਹਿੱਸਾ ਤੁਹਾਨੂੰ ਸੁਣਾਊਂਗਾ। ਸੋ ਆਪਾਂ ਦੇਖਿਆ ਕਿ ਕਿਸ ਤਰ੍ਹਾਂ ਸਾਰਾ ਕੁਛ ਬੰਦ ਹੋ ਗਿਆ, ਕਿ ਕਿੰਨੇ ਪਹੀਏ ਚੱਲਦੇ, ਕਿੰਨੇ ਜਹਾਜ਼ ਚੱਲਦੇ ਰੁਕ ਗਏ। ਮੈਂ ਉਸ ਚੀਜ਼ ਤੋਂ ਮੇਰੇ ਮਨ 'ਚ ਪਹਿਲਾਂ ਇਹ ਸੀ ਕਿ ਰੋਕ ਲਏ ਕੁਦਰਤ ਨੇ ਅਰਬਾਂ ਖਰਬਾਂ ਪਹੀਏ, ਰੋਕ ਲਏ ਕੁਦਰਤ ਨੇ ਯਾਨ ਵਿਮਾਨ ਕਰੋੜਾਂ। ਆਖਣ ਲੱਗੀ ਹੁਣ ਮੇਰੇ ਅਸਮਾਨ ਤੇ ਕੇਵਲ ਉੱਡਣਗੇ ਪੰਛੀ ਮੇਰੇ, ਹੁਣ ਮੇਰੇ ਅਸਮਾਨ ਤੇ ਕੇਵਲ ਉੱਡਣਗੇ ਪੰਛੀ ਮੇਰੇ। ਮੇਰੀਆਂ ਚਿੜੀਆਂ, ਮੇਰੀਆਂ ਘੁੱਗੀਆਂ ਅਤੇ ਗਿਟਾਰਾਂ, ਮੇਰੇ ਮੋਰ ਚਕੋਰ ਮਮੋਲੇ, ਤਿਲੀਅਰ ਕਾਗ ਪੀਹੇ ਚੱਕੀ ਰਾਹੇ, ਮੇਰੀਆਂ ਕੂੰਜਾਂ, ਮੇਰੀਆਂ ਕੋਇਲਾਂ ਹੋਰ ਬਥੇਰੇ। ਹੁਣ ਮੇਰੇ ਅਸਮਾਨ ਤੇ ਉੱਡਣਗੇ ਪੰਛੀ ਮੇਰੇ। ਸੱਚ ਦੱਸਾਂ ਮੈਂ ਉਂਝ ਮੈਨੂੰ ਮਾੜੇ ਨਹੀਂ ਲੱਗਦੇ। ਕੁਦਰਤ ਮਾਨਵ ਨੂੰ ਕਹਿ ਰਹੀ ਹੈ ਕਿ ਸੱਚ ਦੱਸਾਂ ਮੈਂ ਉਂਝ ਮੈਨੂੰ ਮਾੜੇ ਨਹੀਂ ਲੱਗਦੇ, ਤੇਰੇ ਯਾਨ ਵਿਮਾਨ ਵੀ ਉੱਡਦੇ, ਕਿ ਤੇਰੇ ਜਹਾਜ਼ ਉੱਡਦੇ ਮੈਨੂੰ ਮਾੜੇ ਨਹੀਂ ਲੱਗਦੇ।
ਉਂਝ ਮੈਨੂੰ ਮਾੜੇ ਨਹੀਂ ਲੱਗਦੇ ਤੇਰੇ ਯਾਨ ਵਿਮਾਨ ਵੀ ਉੱਡਦੇ, ਤੇਰੇ ਅਲੋਕਾਰ ਅਚੰਭੇ, ਤੇਰੀਆਂ ਅਦਭੁਤ ਕਾਢਾਂ ਤੇ ਤਕਨੀਕਾਂ। ਕਿਹੜੀ ਮਾਂ ਨੂੰ ਮਾੜੇ ਲੱਗਦੇ ਖੇਡਦੇ ਆਪਣੇ ਧੀਆਂ ਪੁੱਤਰ, ਇਹ ਉਹਨਾਂ ਦੀਆਂ ਬਾਜ਼ੀਆਂ ਅਤੇ ਕਿ ਉਹ ਮਦਰ ਵਾਂਗ ਸੋਚ ਰਹੀ ਕਿ ਮੈਨੂੰ ਤੇਰੇ ਖਿਡੌਣੇ ਬਹੁਤ ਚੰਗੇ ਲੱਗਦੇ ਆ। ਕਿਹੜੀ ਮਾਂ ਨੂੰ ਮਾੜੇ ਲੱਗਦੇ ਖੇਡਦੇ ਆਪਣੇ ਧੀਆਂ ਪੁੱਤਰ, ਤੇ ਉਹਨਾਂ ਦੀਆਂ ਬਾਜ਼ੀਆਂ ਅਤੇ ਖਿਡੌਣੇ। ਨੇਚਰ ਲਈ ਇਹ ਖਿਡੌਣੇ ਹੀ ਆ, ਜੋ ਅਸੀਂ ਜਹਾਜ਼ ਬਣਾਉਣੇ ਉਹਦੇ ਵਾਸਤੇ ਕਿ ਬੱਚਾ ਖਿਡੌਣਿਆਂ ਨਾਲ ਖੇਡ ਰਿਹਾ। ਕਿਹੜੀ ਮਾਂ ਨੂੰ ਮਾੜੇ ਲੱਗਦੇ ਖੇਡਦੇ ਆਪਣੇ ਧੀਆਂ ਪੁੱਤਰ, ਤੇ ਉਹਨਾਂ ਦੀਆਂ ਬਾਜ਼ੀਆਂ ਅਤੇ ਖਿਡੌਣੇ। ਪਰ ਤੂੰ ਮੇਰਾ ਪੁੱਤ ਨਿਰਮਲਾ, ਤੂੰ ਇਸ ਖੇਡ ਨੂੰ ਖੇਡ ਨਾ ਰੱਖਿਆ। ਹਉਮੈ ਹਵਸ ਅਤੇ ਹਿੰਸਾ ਦੀ ਜੰਗ ਬਣਾਇਆ, ਤੇਰੀ ਭੁੱਖ ਤੋਂ ਜੰਗਲ ਡਰਦੇ ਮੇਰੇ, ਤੇਰੀ ਪਿਆਸ ਤੋਂ ਸਾਗਰ ਕੰਬਦੇ ਮੇਰੇ। ਇਹ ਤੇਰੇ ਹਥਿਆਰ ਜਿਨ੍ਹਾਂ ਤੋਂ ਕੰਬਦੀਆਂ ਸਾਜ਼ਾਂ ਦੀਆਂ ਤਾਰਾਂ, ਕੰਬਦੀਆਂ ਨੇ ਮਾਵਾਂ ਭੈਣਾਂ ਧੀਆਂ ਨਾਰਾਂ ਦੀਆਂ ਆਂਦਰਾਂ। ਤੇ ਉਹ ਪਰਬਤ ਦੀਆਂ ਪੁੱਤਰੀਆਂ ਜੋ ਮੋਹ ਦੀਆਂ ਭਰੀਆਂ ਉਤਰੀਆਂ ਸਨ ਤੇਰੇ ਖੇਤਾਂ ਨੂੰ ਸਿੰਜਣ ਲਈ, ਤੇਰੀ ਤਪਸ਼ ਮਚਾਉਣ ਖਾਤਰ ਤੂੰ ਉਹਨਾਂ ਨੂੰ ਮੈਲਾ ਢੋਣ ਤੇ ਲਾਇਆ। ਸੁੱਟਿਆ ਤੂੰ ਤੇਜ਼ਾਬ ਉਹਨਾਂ ਦੀ ਕੁੱਖ ਵਿੱਚ, ਤਾਂ ਹੀ ਤੇਰੇ ਰੋਕ ਹੋਏ ਨੇ ਅਰਬਾਂ ਖਰਬਾਂ ਪਈਏ, ਤੇਰੇ ਯਾਨ ਵਿਮਾਨ ਕਰੋੜਾਂ। ਤੂੰ ਰੁਕਿਆ ਤਾਂ ਮੁੱਦਤਾਂ ਮਗਰੋਂ ਹੌਲੀਆਂ ਫੁੱਲ ਹੋ ਵਗੀਆਂ ਪਾਉਣਾ। ਤੂੰ ਰੁਕਿਆ ਤਾਂ ਵੇਖ ਕਿਵੇਂ ਮੇਰੇ ਨਿਰਮਲ ਹੋਏ ਪਾਣੀ, ਦੇਖ ਜ਼ਰਾ ਨਿਰਮਲ ਪਾਣੀ ਵਿੱਚ ਆਪਣੀ ਰੂਹ ਦਾ ਚਿਹਰਾ, ਦੇਖ ਜ਼ਰਾ ਨਿਰਮਲ ਪਾਣੀ ਵਿੱਚ ਆਪਣੀ ਰੂਹ ਦਾ ਚਿਹਰਾ। ਸਿਰਫ ਦੇਖ ਨਾ, ਹੋ ਸਕਦਾ ਤਾਂ ਰੂਹ ਦੇ ਦਾਗ ਵੀ ਧੋ ਲੈ। ਇਸੇ ਖਾਤਰ ਕੀਤੇ ਨੇ ਮੈਂ ਨਿਰਮਲ ਆਪਣੇ ਪਾਣੀ, ਇਸੇ ਖਾਤਰ ਰੋਕ ਲਏ ਮੈਂ ਤੇਰੇ ਯਾਨ ਵਿਮਾਨ ਕਰੋੜਾਂ, ਇਸੇ ਖਾਤਰ ਰੋਕ ਲਏ ਮੈਂ ਤੇਰੇ ਅਰਬਾਂ ਖਰਬਾਂ ਪਈਏ। ਕਿਆ ਬਾਤ, ਕਿਆ ਬਾਤ, ਬਹੁਤ ਖੂਬਸੂਰਤ ਸਰ। ਇਹਦੇ 'ਚ ਤਾਂ ਤੁਸੀਂ ਜੋ ਅੱਜ ਦੀ ਸ੍ਰਿਸ਼ਟੀ ਦੇ ਨਾਲ ਵਾਪਰ ਰਿਹਾ ਹੈ ਪੂਰਾ ਹੀ ਨਿਚੋੜ ਕੱਢ ਕੇ ਸਾਹਮਣੇ ਰੱਖ ਦਿੱਤਾ। ਬਹੁਤ ਬਹੁਤ ਹੀ ਖੂਬਸੂਰਤ ਹੈ ਸਰ, ਬਹੁਤ ਜ਼ਿਆਦਾ ਖੂਬਸੂਰਤ ਲੱਗਦਾ ਹੈ। ਜਿਵੇਂ ਤੁਸੀਂ ਗੱਲ ਕਹੀ, ਮੈਨੂੰ ਐਕਚੁਅਲੀ ਤੁਸੀਂ ਗੱਲ ਕਹੀ ਹੈ ਕਵੀ ਦੇ ਦਿਲ ਦੇ ਨਾਲ ਇਹ ਚੀਜ਼ ਜੁੜਦੀ ਹੈ, ਬਿਲਕੁਲ ਰਿਐਲਿਟੀ ਦੇ ਨਾਲ ਹੈ ਸਰ। ਮੈਂ ਹੁਣ ਅੱਜ ਦੀ ਦੇਰ ਦੇ ਵਿੱਚ ਅਗਰ ਮੈਂ ਗੱਲ ਕਰਦਾ ਹਾਂ ਤਾਂ ਦੌਰ ਦੇ ਬਿਲਕੁਲ ਮੋਰਾਂ ਦੀਆਂ ਆਵਾਜ਼ਾਂ ਜੋ ਅਸੀਂ ਭੁੱਲ ਚੁੱਕੇ ਸੀ ਸ਼ਾਇਦ ਹੁਣ ਸੁਣਨ ਨੂੰ ਮਿਲ ਰਹੀਆਂ ਹਨ। ਐਸੀ ਚਿੜੀਆਂ ਦੇਖਣ ਨੂੰ ਮਿਲ ਰਹੀਆਂ ਹਨ ਜੋ ਸ਼ਾਇਦ ਆਪਾਂ ਭੁੱਲ ਚੁੱਕੇ ਸੀ ਸ਼ਾਇਦ ਸਾਡੇ ਸ੍ਰਿਸ਼ਟੀ ਦੇ ਵਿੱਚ ਉਹਨਾਂ ਦਾ ਵੀ ਕੋਈ ਜਿਹਨੂੰ ਕਹਿ ਸਕਦੇ ਹਾਂ ਹੱਕ ਹੈ। ਬਹੁਤ ਖੂਬਸੂਰਤ ਤਰੀਕੇ ਨਾਲ ਸਰ ਤੁਸੀਂ ਪਾਕਿਸਤਾਨ ਬਾਰੇ ਬਹੁਤ ਸ਼ੁਕਰੀਆ ਸਰ। ਸਰ ਮੇਰਾ ਅਗਲਾ ਪ੍ਰਸ਼ਨ ਹੈ ਤੁਹਾਡੇ ਵਾਸਤੇ, ਜਿਵੇਂ ਤੁਸੀਂ ਇੰਨੇ ਉੱਚੇ ਮੁਕਾਮ ਤੇ ਪਹੁੰਚੇ ਹੋ, ਪਦਮ ਸ਼੍ਰੀ ਕਲਾ ਪ੍ਰੀਸ਼ਦ ਵੱਲੋਂ ਇੰਨੇ ਉੱਚੇ ਸਨਮਾਨ ਲਏ ਸਰ, ਇਹਦੇ ਬਾਰੇ ਥੋੜਾ ਜਿਹਾ ਸ਼ੇਅਰ ਕਰੋ, ਸਾਂਝਾ ਕਰੋ ਕਿ ਕੀ ਤੁਸੀਂ ਕਦੇ ਮਨ 'ਚ ਸੋਚਿਆ ਸੀ ਕਿ ਹਾਂ ਮੈਨੂੰ ਇਹ ਕਵਿਤਾਵਾਂ, ਇਹ ਗਜ਼ਲ ਜਾਂ ਮੇਰੇ ਇਹ ਜਿਹੜੀ ਫੀਲਡ ਹੈ ਮੈਨੂੰ ਇਸ ਲੈਵਲ ਤੱਕ ਲੈ ਜਾਏਗੀ ਕਿ ਇੰਨਾ ਉੱਚੇ ਅਹੁਦੇ ਇੰਨੇ ਉੱਚੇ ਸਨਮਾਨ ਨਾਲ ਮੈਨੂੰ ਨਵਾਜਿਆ ਜਾਏ? ਇਸ ਤਰ੍ਹਾਂ ਸੀਗਾ ਕਿ ਪਹਿਲੋਂ ਤਾਂ ਤੁਹਾਨੂੰ ਪਿਆਰ ਹੀ ਹੁੰਦਾ ਮੈਨੂੰ, ਜਾਣੀ ਜਿਹੜਾ ਮੇਰਾ ਬਚਪਨ ਹੈ ਕਿ ਮੈਨੂੰ ਕਵਿਤਾ ਸੰਗੀਤ ਖਾਸ ਕਰਕੇ ਬਹੁਤ ਜ਼ਿਆਦਾ ਅੱਛਾ ਲੱਗਦਾ ਸੀ। ਮੈਂ ਘਰਦਿਆਂ ਨੂੰ ਬਹੁਤ ਜਿੱਦ ਕਰਨੀ, ਮੈਨੂੰ ਹਾਰਮੋਨੀਅਮ ਲੈ ਕੇ ਦਿਓ, ਮੈਨੂੰ ਬੈਂਜੋ ਲੈ ਕੇ ਦਿਓ, ਮੈਨੂੰ ਸਾਰੰਗੀ ਲੈ ਕੇ ਦਿਓ, ਤੇ ਉਹਨਾਂ ਕਹਿਣਾ ਥੋੜਾ ਜਿਹਾ ਵੱਡਾ ਹੋ ਜਾਓ ਫਿਰ ਤੁਹਾਨੂੰ ਲੈ ਜਾਵਾਂਗੇ। तो मेरा पहला प्यार जिस तरह ये संगीत सी, और दूसरा मेरा कविता सी, क्योंकि कविता ते संगीत साडे इकट्ठे हुंदे एक तरह। संगीत साडे साज़ां नाल जुड़िया होया और कविता भी जिवें गुरबाणी है वो भी संगीत और इलाही शायरी है, दोनों कुछ है। तो मैं मेरे में पहला तो इच्छा सी कि मैं भी काश इहो जिहा लिख सकां, मैं भी काश इस तरह। सो पहला तो ये नहीं तड़प सी। जदों फिर मैं कॉलेज मैं पहलों समझो कि एक तरह तरले लेंदा रहा कि मैं लिखा, जिवें कोई खूह पुटदा कि मैं खूह पुटदा सी कि पिछों पानी निकले लेकिन मिट्टी निकलदी सी। पर अखीर मैं देखिया जदों मैं कॉलेज दे दूसरे साल च होया तो उदों मैनूं पहली बार लगा कि ये कुछ कविता वर्गा है। ते उस तों पहले मैं बहुत पहले तो मैं पढ़न दा जिवें मैनूं पढ़न दी इन्नी प्यास लगी हुई सी कि मैं अपने कॉलेज चों एक किताब लै जानी पोइट्री दी, मैं पढ़ के दूए दिन या तीजे दिन दूसरी, कि वो मेरी इतना शुरुआत सी। ते ਉਹੀ ਸ਼ਾਇਦ ਤੁਹਾਡਾ ਤੁਸੀਂ ਬਹੁਤ ਕੁਝ ਗ੍ਰਹਿਣ ਹੀ ਕਰਦੇ ਆ, ਭਾਸ਼ਾ ਵੀ ਗ੍ਰਹਿਣ ਕਰਦੇ ਹੋ ਔਰ ਕਵਿਤਾ ਦੇ ਜੋ ਕਵਿਤਾ ਦਾ ਵਿਧਾਨ ਆ ਉਹ ਵੀ। तो ਸੋ ਪਹਿਲਾਂ ਤਾਂ ਮੇਰੇ ਮਨ 'ਚ ਇਹ ਸੀ ਕਿ ਮੈਂ ਮੇਰਾ ਆਪਣੇ ਆਪ ਨੂੰ ਛਪਿਆ ਦੇਖਣ ਨੂੰ ਜੀ ਕਰਦਾ, ਮੈਂ ਕਿਤੇ ਮੇਰੀ ਕਵਿਤਾ ਛਪੀ ਹੋਵੇ। ਸੋ ਜਦੋਂ ਮੇਰੀਆਂ ਪਹਿਲੀ ਵਾਰੀ ਕਵਿਤਾਵਾਂ ਪ੍ਰੀਤ ਰੜੀ 'ਚ
ਪਹਿਲਾਂ 2 ਵਾਰੀ ਮੁੜ ਕੇ ਵੀ ਆਈਆਂ, ਮੈਂ ਭੇਜੀਆਂ ਤੇ 2 ਵਾਰੀ ਮੈਨੂੰ ਇਹ ਖਤ ਆਇਆ ਕਿ ਅਸੀਂ ਛਾਪਣ ਦੀ ਖੁਸ਼ੀ ਨਹੀਂ ਲੈ ਸਕਾਂਗੇ। यानी 2 बार मैं एक खत मैनू आया और वो कवि दिन बड़ा दिन उदास हुंदा कि ਉਹਦੀ ਕੋਈ ਰਚਨਾ ਮੁੜ ਕੇ ਆਵੇ। ਸੋ ਪਰ ਜਦੋਂ ਮੈਨੂੰ ਤੀਜੀ ਵਾਰ ਜਿਹੜਾ ਖਤ ਆਇਆ ਸੀ ਨਵਤੇਜ ਹੋਣਾ ਦਾ, ਉਹਨਾਂ ਲਿਖਿਆ ਕਿ ਤੇਰੀਆਂ ਕਵਿਤਾਵਾਂ ਮੈਨੂੰ ਬਹੁਤ ਚੰਗੀਆਂ ਲੱਗੀਆਂ, ਤੂੰ ਮੈਨੂੰ 2-3 ਕਵਿਤਾਵਾਂ ਹੋਰ ਭੇਜ, ਮੈਂ ਤੇਰਾ ਇੱਕ ਪੂਰਾ ਸਫ਼ਾ ਛਾਪਣਾ ਚਾਹੁੰਦਾ। ਸੋ ਉਹ ਮੇਰੇ ਲਈ ਬਹੁਤ ਵੱਡਾ ਪੁਰਸਕਾਰ ਮਿਲਣ ਵਾਲੀ ਗੱਲ ਸੀ। ਉਸ ਸਫ਼ੇ ਨੂੰ ਮੈਂ ਹਾਲੇ ਤੱਕ ਸਾਂਭ ਕੇ ਰੱਖਿਆ। ਮੈਂ ਉਹਨੂੰ, ਉਹ ਮੇਰੇ ਕੋਲ ਰਸਾਲਾ ਗਵਾਚ ਗਿਆ ਸੀ, ਲੇਕਿਨ ਮੈਂ ਉਹਦੀ ਫੋਟੋ ਸਟੇਟ ਕਰਾ ਕੇ ਲਾਇਬ੍ਰੇਰੀ ਚ ਲੱਭ ਕੇ, ਦੇਖੋ ਕਿੰਨਾ ਪੁਰਾਣਾ 64 ਦਾ 10 ਮਹੀਨਾ ਸੀ, ਮੈਨੂੰ ਯਾਦ ਹੈ। ਤੇ ਉਸ ਚੀਜ਼ ਨੂੰ ਮੈਂ ਫੋਟੋ ਸਟੇਟ ਕਰਾ ਕੇ ਆਪਣੇ ਕੋਲ ਰੱਖਿਆ। ਉਹ ਮੇਰਾ ਪਹਿਲਾ ਪੁਰਸਕਾਰ ਮੈਂ ਸਮਝਦਾ ਕਿ ਉਹ ਮੇਰੇ ਲਈ ਸਭ ਤੋਂ ਵੱਡੀ, ਮੇਰਾ ਪਹਿਲਾ ਅਚੀਵਮੈਂਟ ਸੀ। ਸੋ ਫਿਰ ਉਸ ਤੋਂ ਬਾਅਦ ਮੈਂ ਇੱਦਾਂ ਇਹ ਸਮਝਦਾ ਕਿ ਮੈਂ ਸੋਚਿਆ ਨਹੀਂ ਸੀ ਕਦੀ ਕਿ ਮੈਂ ਚਲੋ ਪਦਮ ਸ਼੍ਰੀ ਜਾਂ ਸਰਸਵਤੀ ਸਮਾਨ, ਇਹ ਮੈਂ ਕਦੀ ਨਹੀਂ ਸੀ ਮੇਰੇ ਮਨ 'ਚ ਆਏ। ਸਿਰਫ ਇਹ ਹੁੰਦਾ ਸੀ ਕਿ ਜਦੋਂ ਮੈਨੂੰ ਕੋਈ ਕਹਿੰਦਾ ਤੇਰੀ ਕਵਿਤਾ ਚੰਗੀ ਲੱਗੀ ਜਾਂ ਕੋਈ ਤੇਰਾ ਸ਼ੇਅਰ ਬਹੁਤ ਅੱਛਾ ਲੱਗਾ, ਤਾਂ ਉਹ ਕਵੀ ਲਈ ਇੱਕ ਬਹੁਤ ਵੱਡੀ ਖੁਸ਼ੀ ਦਾ ਮੌਕਾ ਹੁੰਦਾ। ਤੇ ਜਦੋਂ ਪਦਮ ਸ਼੍ਰੀ ਵੀ ਮਿਲਿਆ ਤਾਂ ਮੈਂ ਇੱਕ ਸ਼ੇਅਰ ਲਿਖਿਆ ਸੀ, ਮੈਂ ਲਿਖਿਆ ਕਿ ਅੰਮੜੀ ਮੈਨੂੰ ਆਖਣ ਲੱਗੀ ਤੂੰ ਧਰਤੀ ਦਾ ਗੀਤ ਰਹੇਗਾ, ਪਦਮ ਸ਼੍ਰੀ ਹੋ ਕੇ ਵੀ ਪਾਤਰ ਤੂੰ ਮੇਰਾ ਸੁਰਜੀਤ ਰਹੇਗਾ। ਵਾਹ ਜੀ, ਕੀ ਬਾਤ। ਲੱਗਦਾ ਹੁੰਦਾ ਕਿ ਜਿਹੜੀ ਕਵੀ ਦੀ ਸਭ ਤੋਂ ਵੱਡਾ ਮੁੱਲ ਉਹਦੇ ਲੋਕ ਪਾਉਂਦੇ ਆ, ਕਿ ਜੇ ਕਿਸੇ ਦੇ ਮਨ 'ਚ ਕੋਈ ਕਵੀ ਦਾ ਸ਼ੇਅਰ ਵਸਿਆ ਹੋਵੇ ਜਾਂ ਕੋਈ ਸ਼ੇਅਰ ਕਿਸੇ ਵੇਲੇ ਉਹਨੂੰ ਦੁੱਖ ਚੋਂ ਕੱਢ ਲਵੇ, ਕਿ ਉਹ ਕਿਸੇ ਉਦਾਸੀ ਚੋਂ ਕੱਢ ਲਵੇ ਜਾਂ ਉਹਨੂੰ ਉਹਦੀ ਇਕੱਲਤਾ ਨੂੰ ਤੋੜ ਦੇਵੇ, ਉਹਨੂੰ ਥੋੜਾ ਸਹਾਰਾ ਦੇ ਦੇਵੇ, ਤਾਂ ਇਹ ਕਵੀ ਲਈ ਇੱਕ ਬਹੁਤ ਵੱਡਾ, ਸਭ ਤੋਂ ਵੱਡਾ ਪੁਰਸਕਾਰ ਇਹੀ ਹੁੰਦਾ। ਤੁਹਾਨੂੰ ਜ਼ਰੂਰ ਖੁਸ਼ੀ ਦਿੰਦੇ ਆ ਕਿ ਤੁਹਾਡੀ ਚਰਚਾ ਵੀ ਹੁੰਦੀ ਆ, ਤੁਹਾਨੂੰ ਕਦੀ ਪੈਸੇ ਵੀ ਮਿਲਦੇ ਆ, ਸੋ ਆਪਣੀ ਥਾਂ ਨੇ ਕਿ ਉਹਦੀ ਉਸ ਖੁਸ਼ੀ ਤੋਂ ਮੈਂ ਇਨਕਾਰ ਨਹੀਂ ਕਰਦਾ। ਪਰ ਜਿਹੜੀ ਕਵੀ ਨੂੰ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ ਨਾ, ਉਹ ਉਹਨੂੰ ਆਪਣੀ ਕਵਿਤਾ ਦੇ ਇਸ ਮੁੱਲ ਪੈਣ ਤੇ ਹੁੰਦੀ ਹੈ ਕਿ ਉਹਦੀ ਕਵਿਤਾ ਨੂੰ ਕੋਈ ਆਪਣੇ ਦਿਲ 'ਚ ਥਾਂ ਦਿੰਦਾ। ਕੋਈ ਉਹਨੂੰ ਨਹੀਂ ਕਹਿੰਦਾ ਕਿ ਮੈਨੂੰ ਤੇਰੀ ਕਵਿਤਾ ਬਹੁਤ ਚੰਗੀ ਲੱਗੀ, ਮੈਨੂੰ ਇੰਝ ਲੱਗਾ ਕਿ ਜਿਵੇਂ ਮੇਰੀ ਗੱਲ ਹੋ ਰਹੀ ਹੋਵੇ। ਸੋ ਉਹ ਇੱਕ ਕਵੀ ਲਈ ਸਭ ਤੋਂ ਵੱਡਾ ਪੁਰਸਕਾਰ ਮੈਂ ਸਮਝਦਾ। ਬਹੁਤ ਉਹਨੂੰ ਮਾਨਸਿਕ ਤੌਰ ਤੇ ਇੱਕ ਤਰ੍ਹਾਂ ਉਹਨੂੰ, ਉਹਦੇ ਲਈ ਉਹ ਪਲ ਬਹੁਤ ਖੁਸ਼ੀ ਦਾ। ਇਹ ਤੁਹਾਡਾ ਵੱਡਾਪਣ ਹੈ ਸਰ, ਜਿਹੜਾ ਤੁਸੀਂ ਐਡੇ ਵੱਡੇ ਸਨਮਾਨ ਨੂੰ ਇੰਨੀ ਹੀ ਨਿਮਰਤਾ ਦੇ ਨਾਲ ਸਾਡੇ ਅੱਗੇ ਰੱਖਿਆ ਹੈ ਕਿ ਕਿਵੇਂ ਤੁਸੀਂ ਇਸ ਮੁਕਾਮ ਤੱਕ ਪਹੁੰਚੇ। ਸਾਡੇ ਨਾਲ ਸਰ ਬੱਚੇ ਵੀ ਜੁੜੇ ਹੋਏ, ਸਟੂਡੈਂਟ ਵੀ ਸਾਡੇ ਸਕੂਲ ਦੇ ਵਿੱਚ ਜੁੜੇ ਹੋਏ। ਤੁਸੀਂ ਸਾਨੂੰ ਹੀ ਨਹੀਂ, ਸਾਰੇ ਬੱਚਿਆਂ ਨੂੰ ਪ੍ਰੇਰਦੇ ਹੋ। ਮੈਂ ਪੁੱਛਣਾ ਚਾਹਾਂਗਾ ਕਿ ਸਰ ਤੁਸੀਂ ਆਪਣੇ ਸਮਾਕਾਰਾਂ ਦੇ ਵਿੱਚੋਂ ਔਰ ਜੋ ਪਹਿਲੇ ਕਵੀ ਹੋਏ ਹਨ ਉਹਨਾਂ ਵਿੱਚੋਂ ਤੁਸੀਂ ਥੋੜੀ ਜਿਹੀ ਰੋਸ਼ਨੀ ਪਾਓਗੇ, ਤੁਸੀਂ ਕਿਹਨਾਂ ਤੋਂ ਪ੍ਰਭਾਵਿਤ ਹੋਏ, ਪ੍ਰੇਰਿਤ ਹੋਏ, ਔਰ ਅੱਜ ਦੇ ਸਮਾਕਾਰ ਜਿਹੜੇ ਤੁਹਾਡੇ ਨਾਲ, ਉਹਨਾਂ ਵਿੱਚੋਂ ਤੁਸੀਂ ਕਿਸ ਨੂੰ ਸਮਝਦੇ ਹੋ ਕਿ ਹਾਂ ਤੁਸੀਂ ਕਿਸ ਨੂੰ ਪਸੰਦ ਕਰਦੇ? ਸੋ ਜਿਸ ਤਰ੍ਹਾਂ ਮੈਂ ਥੋੜਾ ਜਿਹਾ ਸੰਕੇਤ ਪਹਿਲਾਂ ਵੀ ਕਰਿਆ ਹੈ ਕਿ ਜਿਹੜੇ ਮੇਰੇ ਪਹਿਲੇ ਪ੍ਰਭਾਵ ਸੀ ਉਹ ਤਾਂ ਮੇਰੇ ਪਿੰਡ ਵਿੱਚ ਜਿੰਨਾ ਕੁ ਸੰਗੀਤ, ਜਿੰਨੀ ਕੁ ਕਵਿਤਾ ਸੀ, ਜਾਂ ਜਿਹਦੇ ਵਿੱਚ ਸਮਝ ਲਓ ਸਾਡੇ ਬਚਪਨ 'ਚ ਸਭ ਤੋਂ ਪਹਿਲਾਂ ਅਸੀਂ ਉਸ ਵਕਤ ਨਾ ਤਾਂ ਰੇਡੀਓ ਸੀ, ਸਾਧਨ ਸੀਗੇ, ਟੈਲੀਵਿਜ਼ਨ ਤਾਂ ਬਹੁਤ ਬਾਅਦ 'ਚ ਆਇਆ। ਤੋ ਸਾਡੇ ਲਈ ਸੰਗੀਤ ਦੀਆਂ ਆਵਾਜ਼ਾਂ ਜਾਂ ਕਵਿਤਾ ਦੀਆਂ ਆਵਾਜ਼ਾਂ ਜਾਂ ਤਾਂ ਗੁਰਬਾਣੀ ਕੀਰਤਨ ਸੀ ਜਿਹਦੇ ਵਿੱਚ ਸ਼ਬਦ ਤੇ ਸੰਗੀਤ ਖੋਲਿਆ ਸੀ, ਜਾਂ ਕਦੀ ਪਿੰਡ ਵਿੱਚ ਰਾਸਧਾਰੀ ਆਉਣੇ, ਰਾਸਾਂ ਪੈਣੀਆਂ, ਜਿਹੜੇ ਕਿ ਕਾਵਿਕ ਨਾਟਕ ਕਰਦੇ ਹੁੰਦੇ ਸੀਗੇ। ਤੇ ਮੈਨੂੰ ਯਾਦ ਹੈ ਕਿ ਮੈਂ ਆਪਣੇ ਬਚਪਨ 'ਚ ਪੂਰਨ ਭਗਤ ਦਾ ਨਾਟਕ ਦੇਖਿਆ, ਜਿੱਥੇ ਬਹੁਤ ਪ੍ਰਭਾਵਿਤ ਹੋਇਆ ਸੀ। ਕੁਝ ਲੂਣਾ ਵੀ ਹੈ ਉਹਦੇ 'ਚ, ਪੂਰਨ ਭਗਤ ਵੀ ਆ। ਤੋਂ ਪਹਿਲਾ ਮੇਰੇ ਲਈ ਅਨੁਭਵ ਸੀ। ਫਿਰ ਸੀ ਕਿ ਸਾਡੇ ਪਿੰਡਾਂ 'ਚ ਜਿਹੜੇ ਅਲਗੋਜ਼ਿਆਂ ਵਾਲੇ ਜਾਂ ਇੱਕ ਤਾਰੇ ਵਾਲੇ, ਉਹ ਚਿੱਟੇ ਸ਼ਮਲੇ, ਔਰ ਉਹਨਾਂ ਨੇ ਪਿੰਡ ਦੇ ਦੁਪਹਿਰਾਂ ਨੂੰ ਬੋੜਾਂ ਥੱਲੇ, ਪਿੱਪਲਾਂ ਥੱਲੇ ਗਾ ਕੇ ਇੱਕ ਤਰ੍ਹਾਂ ਅਖਾੜੇ ਬੰਨੇ। ਸੋ ਉਹ ਪਹਿਲੇ ਪ੍ਰਭਾਵ ਨੇ, ਸਭ ਤੋਂ ਪਹਿਲੇ ਪ੍ਰਭਾਵ ਕਿ ਆਪਣੀਆਂ ਜਿਹੜੀਆਂ ਪਹਿਲੀਆਂ ਧਰਾਵਾਂ ਨੇ ਤੁਹਾਡੇ ਤੋਂ ਪਹਿਲਾਂ, ਗੁਰਮਤਿ ਆ ਜਾਂ ਸੂਫੀ ਆ ਜਾਂ ਕਿੱਸਾਕਾਰ, ਸੋ ਉਹ ਪਹਿਲਾਂ ਤੁਹਾਨੂੰ ਉੱਥੋਂ ਗੁੜਤੀ ਮਿਲਦੀ ਹੈ। ਉਸ ਤੋਂ ਬਾਅਦ ਜਦੋਂ ਮੈਂ ਕਾਲਜ ਆਇਆ ਉਦੋਂ ਵੀ ਲਗਭਗ ਮੈਂ ਜਿੰਨੇ ਵੀ ਪੰਜਾਬੀ ਕਵੀ ਸਾਡੇ ਤੋਂ ਪਹਿਲਾਂ ਦੇ ਸੀ, ਉਹ 'ਚ
ਡਾਕਟਰ ਭਜਨ ਸਿੰਘ ਸੀਗੇ, ਅਮਰਤਾ ਪ੍ਰੀਤਮ, ਮੋਹਨ ਸਿੰਘ ਔਰ ਬਾਬਾ ਬਲਵੰਤ, ਔਰ ਸਾਡੇ ਬਹੁਤ ਨੇੜੇ ਸੀਗੇ ਮੀਸ਼ਾ, ਸ਼ਿਵ ਕੁਮਾਰ ਸਿਆਲ ਜੀ। ਕਿਸੇ ਵਿਸ਼ਵਕੋਂ ਦੀ ਕਿਤਾਬ ਉਦੋਂ ਨਹੀਂ, ਜਦੋਂ ਪਹਿਲੀ ਵਾਰ ਮੈਂ ਕਾਲਜ 'ਚ ਉਹਨੂੰ ਮਿਲਿਆ ਉਦੋਂ ਸ਼ਿਵ ਦੀ ਕਿਤਾਬ ਨਹੀਂ ਕੁਝ ਛਪੀ ਸੀ। ਸੋ ਉਸ ਵੇਲੇ ਜਿਹੜਾ ਮੇਰਾ ਸਭ ਤੋਂ ਵੱਡਾ ਮੈਨੂੰ ਕਵੀ ਮੈਨੂੰ ਟੁੰਬਿਆ ਸੀ, ਉਹ ਬਹੁਤਾ ਮਸ਼ਹੂਰ ਨਹੀਂ ਪਰ ਬਹੁਤ ਮੈਂ ਉਹਨਾਂ ਨੂੰ ਵੱਡੇ ਕਵੀ ਮੰਨਦਾ। ਉਹਦਾ ਨਾਂ ਸੀ ਬਾਬਾ ਬਲਵੰਤ ਜੀ ਸਰ। ਬਾਬਾ ਬਲਵੰਤ ਦੀ ਕਵਿਤਾ ਹੁੰਦੀ ਸੀ ਕਿ ਲੰਘ ਗਏ ਹਨ ਊਠਾਂ ਵਾਲੇ ਅਰਸ਼ਾਂ ਤੱਕ ਪਰਛਾਵੇਂ ਪਾ ਕੇ, ਮਾਰੂ ਥਲਦਾ ਥੰਮ ਹਿਲਾ ਕੇ। ਕਿਉਂ ਜਿਹੜੀ ਇਮੇਜਰੀ ਸੀ ਕਿ ਜਿਹੜੀਆਂ ਉਹਨਾਂ ਦੀ ਕਵਿਤਾ ਵਿੱਚ ਤਸਵੀਰਾਂ ਸੀ ਜਾਂ ਮੰਜ਼ਰ ਕਸ਼ੀ ਸੀ, ਉਹ ਬਹੁਤ ਕਮਾਲ ਸੀ ਕਿ ਅਰਸ਼ਾਂ ਤੱਕ ਪਰਛਾਵੇਂ ਪਾ ਕੇ, ਕਿ ਊਠ ਲੰਘ ਰਿਹਾ ਔਰ ਊਠਾਂ ਦੇ ਅਸਮਾਨ ਤੱਕ ਪਰਛਾਵੇਂ ਪੈ ਰਹੇ। ਸੋ ਆਪਣੇ ਆਪ 'ਚ ਇਹ ਬਿੰਬ ਆਪਣੇ ਆਪ 'ਚ ਬਹੁਤ ਬਹੁਤ ਖੂਬਸੂਰਤ, ਬਹੁਤ ਅਦਭੁਤ ਕਿਸਮ ਦਾ ਬਿੰਬ ਆ। ਸੋ ਮੈਨੂੰ ਜਾਂ ਉਹਨਾਂ ਦੀ ਜੋ ਕਵਿਤਾ ਦਾ ਸੰਗੀਤ ਸੀਗਾ, ਰੋਜ਼ ਉਸਦਾ ਹਾਰ ਟੁੱਟ ਜਾਇਆ ਕਰੇ, ਮੁਸਕਰਾਂਦੀ ਆ ਕੇ ਬਣਵਾਇਆ ਕਰੇ, ਮੇਰੇ ਪੁੱਛਣ ਤੇ ਕਿ ਟੁੱਟਾ ਕਿਸ ਤਰ੍ਹਾਂ, ਪਾ ਕੇ ਵਲ ਗਰਦਨ ਨੂੰ ਸ਼ਰਮਾਇਆ ਕਰੇ। ਕਿ ਰੋਮਾਂਟਿਕ ਪੋਇਮ ਸੀ ਪਰ ਉਹਦਾ ਜੋ ਰਿਦਮ ਸੀਗਾ ਉਹਦੀ, ਸੋ ਉਹਨਾਂ ਦੀ ਕਵਿਤਾ ਦਾ ਸੰਗੀਤ ਤੇ ਉਹਨਾਂ ਦੀ ਜੋ ਇਮੇਜਰੀ ਸੀ, ਸੋ ਪਹਿਲਾ ਮੇਰਾ ਬਹੁਤ ਵੱਡਾ ਪ੍ਰਭਾਵ ਉਹ ਸ਼ਾਇਰ ਸੀ। ਮੈਂ ਉਹਨਾਂ ਨੂੰ ਯਾਦ ਕਰਦਾ। ਫਿਰ ਜਦੋਂ ਮੈਂ ਕਪੂਰਥਲੇ ਤੋਂ ਉਹਨਾਂ ਦਿਨਾਂ 'ਚ ਮੈਂ ਜਿਸ ਤਰ੍ਹਾਂ ਹਿੰਦੀ ਪੋਇਟਰੀ ਵੀ ਬਹੁਤ ਸਾਰੀ, ਧਰਮਵੀਰ ਭਾਰਤੀ ਸੀ ਜਾਂ ਗਾਲਿਬ ਉਦੋਂ ਗੁਰਮੁਖੀ 'ਚ ਮਿਲਦੇ ਸੀਗੇ। ਜਿਹੜੀ ਲੈਂਗੁਏਜ ਤਾਂ ਉਹਨਾਂ ਦੀ ਉਰਦੂ ਸੀ, ਲੇਕਿਨ ਜਿਹੜੀ ਸਕ੍ਰਿਪਟ ਸੀ, ਉਹ ਲਿਪੀ ਸੀ, ਉਹ ਗੁਰਮੁਖੀ ਵਿੱਚ ਛਪੇ ਹੋਏ ਸੀ। ਤੋਂ ਉਹ ਮੈਨੂੰ ਬਹੁਤ, ਬੇਸ਼ੱਕ ਸਾਰੇ ਸਮਝ ਨਹੀਂ ਪੈਂਦਾ ਸੀ ਗਾਲਿਬ ਕੇ ਸਾਰੇ ਸ਼ੇਰ ਸਮਝ ਨਹੀਂ ਪੈਂਦੇ ਸੀਗੇ, ਬਹੁਤ ਉਹ ਅਪੀਲ ਕਰਦੇ ਸੀਗੇ, ਟੱਚ ਕਰਦੇ ਸੀ। ਇਕਬਾਲ, ਸੋ ਇਹ ਮੈਂ ਇਹਨਾਂ ਕਵੀਆਂ ਨੂੰ ਉਦੋਂ ਆਪਣੇ ਕਾਲਜ ਦੇ ਵੇਲੇ ਪੜ੍ਹਿਆ। ਫਿਰ ਮੈਂ ਜਦੋਂ MA ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਗਿਆ ਤਾਂ ਉੱਥੇ ਬਹੁਤ ਵੱਖਰਾ ਮਾਹੌਲ ਸੀ। ਉੱਥੇ ਇੱਕ ਗਰੁੱਪ ਸੀਗਾ ਜਿਹੜੇ ਬਹੁਤ ਦੁਨੀਆ ਦੀ ਕਵਿਤਾ ਨਾਲ ਜੁੜੇ ਹੋਏ ਸੀ। ਸਾਡੇ ਅੰਗਰੇਜ਼ੀ ਦੇ ਪ੍ਰੋਫੈਸਰ, ਮੈਂ ਤਾਂ ਪੰਜਾਬੀ MA ਕੀਤੀ, ਲੇਕਿਨ ਜਿਹੜੇ ਸਾਡੇ ਟੀਚਰ ਸੀਗੇ ਉਹਨਾਂ ਦੇ ਗਾਂਹ ਜਿਹੜੇ ਕੁਲੀਗ ਸੀਗੇ, ਇੱਕ ਪ੍ਰੋਫੈਸਰ ਰਾਜਦਾਨ ਸੀਗੇ ਅੰਗਰੇਜ਼ੀ ਅਮਰੀਕਾ ਤੋਂ ਨਵੇਂ ਆਏ, ਤੋਂ ਉਦੋਂ ਜਿਹੜੀ ਓਕਟਾਵੀਓ ਪਾਜ਼, ਇੱਕ ਸਪੈਨਿਸ਼ ਪੋਇਟ ਦੀ ਉਹ ਪੋਇਟਰੀ ਸਾਨੂੰ ਪੜ੍ਹ ਕੇ ਸੁਣਾਉਂਦੇ ਸੀ ਇੰਗਲਿਸ਼ ਵਿੱਚ। ਇਹਦੇ ਸਾਨੂੰ ਉਹਨਾਂ ਨੇ, ਜਿਹੜੀ ਉਹ ਗਰੁੱਪ ਇਹਨਾਂ ਕਮਾਲ ਦੇ ਲੋਕ ਸੀਗੇ, ਉਹਨਾਂ ਸਾਨੂੰ ਨੀਤਸ਼ੇ ਦਾ ਜਿਹੜਾ 10 ਪੇਜ ਉਹਨੂੰ ਉਰਦੂ ਵਿੱਚ ਚਨਵਾ ਸੀ, ਉਹ ਸਾਨੂੰ ਪੜ੍ਹ ਕੇ ਕਈ ਰਾਤਾਂ ਪੜ੍ਹ ਕੇ ਸੁਣਾਇਆ ਕਿ ਉਹਨਾਂ ਸਾਡੇ ਕੋਲ ਬਹਿ ਜਾਣਾ, ਅਸੀਂ ਬੱਚਿਆਂ ਨੇ ਸੁਣਨਾ। ਸੋ ਇੱਕ ਉਸ ਵੇਲੇ ਦੇ ਮੇਰੇ ਤੇ ਜਾਨੀ ਇੱਕ ਤਰ੍ਹਾਂ ਦਾ ਇਹ ਪ੍ਰਭਾਵ ਪਿਆ। ਫਿਰ ਮੈਂ ਬਹੁਤ ਸਾਰੇ ਨਾਟਕਾਂ ਦਾ ਅਨੁਵਾਦ ਕੀਤਾ ਜਿਹੜੇ ਬਾਹਰਲੇ ਵਿਦੇਸ਼ੀ ਭਾਸ਼ਾਵਾਂ ਦੇ ਸੀ, ਪਰ ਮੈਂ ਅੰਗਰੇਜ਼ੀ ਦੇ ਰਾਹੀਂ ਜਿਵੇਂ ਲੋਰਕਾ ਦਾ ਅਨੁਵਾਦ ਕੀਤਾ, ਲੋਰਕਾ ਦੇ 3 ਨਾਟਕਾਂ ਦਾ। ਸੋ ਉਹ ਵੀ ਮੇਰੀ ਕਵਿਤਾ ਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ। ਸੋ ਪੂਰੀ ਪੰਜਾਬੀ ਕਵਿਤਾ ਦਾ। ਫਿਰ ਉਸ ਤੋਂ ਬਾਅਦ ਮੈਂ ਸਮਝਦਾ ਕਿ ਜਦੋਂ ਨਵਾਂ ਦੌਰ ਆਉਂਦਾ, ਉਸ ਵੇਲੇ ਪਾਸ਼ ਸਾਡਾ ਸਮਕਾਲੀ ਬੜਾ ਅੱਛਾ ਕਵੀ ਹੈ, ਜਿਹੜੇ ਹੁਣ ਸਾਡੇ ਵਿਚਕਾਰ ਨਹੀਂ ਰਹੇ, ਪਰ ਮੈਨੂੰ ਉਹਨਾਂ ਦੀ ਕਵਿਤਾ ਅੱਛੀ ਲੱਗਦੀ ਸੀ। ਇਸ ਤਰ੍ਹਾਂ ਹੀ SS ਮੀਸ਼ਾ, ਔਰ ਹੁਣ ਨਵਿਆਂ ਦੇ ਵਿੱਚੋਂ ਜਿਵੇਂ ਮੈਂ ਸਮਝਦਾ ਕਿ ਮੈਨੂੰ ਜਿਹੜੇ ਇਹ 4-5 ਕਵੀ ਬਹੁਤ ਅੱਛੇ ਲੱਗਦੇ ਆ, ਜਿਵੇਂ ਹੁਣ ਲੰਡਨ 'ਚ ਰਹਿੰਦੇ ਅਮਰਜੀਤ ਚੰਦਨ, ਬੜੇ ਅੱਛੇ ਪੋਇਟ ਨੇ। ਇਸ ਤਰ੍ਹਾਂ ਹੀ ਨਵਤੇਜ ਭਾਰਤੀ ਨੇ। ਇਸ ਤਰ੍ਹਾਂ ਹੁਣ ਜੇ ਆਪਾਂ ਇੱਧਰ ਦੇਖੀਏ ਤਾਂ ਨਵੇਂ ਗਜ਼ਲਕਾਰਾਂ 'ਚ ਵਿਜੇ ਵਿਵੇਕ, ਜਸਵਿੰਦਰ, ਗੁਰਤੇਜ ਕਹਾਰਵਾਲਾ, ਸੁਖਿੰਦਰ, ਅੰਮ੍ਰਿਤ, ਕਵੀਆਂ 'ਚ ਜਸਵੰਤ ਸਿੰਘ ਔਰ ਜਸਵੰਤਦੀਪ, ਇਹ ਬੜੇ ਅੱਛੇ ਨਾਮ ਨੇ। ਔਰ ਸ਼ਾयद मैं ਵਿੱਚ ਮੋਹਨਜੀਤ, मैं बहुत नाम भूल भी गया होगा, लेकिन एक बहुत भरपूर दृश्य है कवियां का। बहुत शुक्रिया सर, बड़ा प्यारा संक्षेप ਕੀਤਾ ਤੁਸੀਂ ਇਸ ਚੀਜ਼ ਦਾ। ਸਰ ਤੁਸੀਂ ਜਿਵੇਂ ਮੂਵੀ ਰਾਈਟਿੰਗ ਦੇ ਵਿੱਚ ਵੀ ਮੈਂ ਤੁਹਾਡਾ ਨਾਮ ਪੜਿਆ, ਸ਼ਾਇਦ ਡਾਇਲੌਗ ਰਾਈਟਿੰਗ ਦੇ ਵਿੱਚ ਤੁਸੀਂ ਸ਼ਹੀਦ ਭਗਤ ਸਿੰਘ ਹੈ ਨਾ, ਇਸ ਮੂਵੀ ਨੂੰ ਤੁਸੀਂ ਸ਼ਾਇਦ ਲਿਖਿਆ ਵੀ ਹੈ। ਸੋ ਇਹ ਖੇਤਰ ਦੇ ਵਿੱਚ ਸਰ ਕਿਵੇਂ ਮਤਲਬ ਆਉਣਾ ਹੋਇਆ, ਜਾਂ ਅੱਗੇ ਤੁਸੀਂ ਇਸ ਬਾਰੇ ਮਤਲਬ ਸੋਚ ਰਹੇ ਹੋ ਆਉਣ ਬਾਰੇ, ਜਾਂ ਸੋਚ ਰਹੇ ਹੋ ਕਿ ਨਹੀਂ ਮੈਂ ਮਤਲਬ ਇੱਥੇ ਤੱਕ ਸੰਖੇਪ ਸੀ ਹੈ? ਮੈਂ ਦਰਅਸਲ ਇਹ ਕਿ ਜਿਹੜਾ ਥੀਏਟਰ ਹੈ, ਥੀਏਟਰ ਨਾਲ ਮੈਂ
ਇੱਦਾਂ ਜੁੜ ਗਿਆ ਕਿ ਮੈਂ ਉਸ ਤਰ੍ਹਾਂ ਵੀ ਮੈਂ ਜੇ ਸੋਚਾਂ ਕਿ ਮੈਂ ਕੀ ਵੱਧ ਪੜ੍ਹਿਆ ਦੁਨੀਆ ਦਾ, ਤੇ ਮੈਂ ਬਹੁਤ ਤੇ ਪੋਇਟਿਕ ਪਲੇਜ਼ ਪੜ੍ਹੇ ਆ, ਯਾਨੀ ਨਾਟਕ ਮੇਰਾ ਖਾਸ ਕਰ ਜਿਹੜੇ ਪੋਇਟਿਕ ਪਲੇ ਆ ਉਹ ਮੇਰਾ ਬਹੁਤ ਮੇਰਾ ਇੰਟਰਸਟ ਹੈ। ਬੇਸ਼ੱਕ ਉਹ ਐਲੀਅਟ ਦਾ ਫੈਮਿਲੀ ਰੀਯੂਨੀਅਨ ਸੀ ਜਾਂ ਗ੍ਰੀਕ ਟ੍ਰੈਜਡੀ ਜਿਹੜੇ ਬਹੁਤ ਸਾਰੇ ਪੰਜਾਬੀ 'ਚ ਮਿਲਦੇ, ਜਾਂ ਬਾਅਦ 'ਚ ਸਪੈਨਿਸ਼ ਲੋਰਕਾ ਜਾਂ ਬ੍ਰੈਖਟ, ਕਿ ਜਿਹੜੇ ਇਹੋ ਨਾਟਕ ਮੇਰੇ ਲਈ ਬਹੁਤ ਖਿੱਚ ਪਾਉਣ ਵਾਲੀ ਚੀਜ਼ ਆ, ਕਿਉਂਕਿ ਨਾਟਕ ਇੱਕ ਹੁਨਰਾਂ ਦਾ ਹੁਨਰ ਹੈ, ਯਾਨੀ ਬਹੁਤ ਸਾਰੇ ਇਹ 'ਚ ਸਾਰੇ ਆਰਟਸ ਸ਼ਾਮਲ ਹੋ ਜਾਂਦੇ ਆ, ਇਹ 'ਚ ਸੰਗੀਤ ਵੀ ਸ਼ਾਮਲ ਹੈ, ਇਹ 'ਚ ਨ੍ਰਿਤ ਵੀ ਸ਼ਾਮਲ ਹੈ, ਇਹਦੇ 'ਚ ਪੋਇਟਰੀ ਸ਼ਾਮਲ ਹੈ, ਇਹਦੇ 'ਚ ਸਭ ਕੁਝ ਸ਼ਾਮਲ ਹੈ। ਸੋ ਮੈਂ ਨਾਟਕ ਬਹੁਤ ਸਾਰੇ ਮੈਂ ਅਡੈਪਟ ਕੀਤੇ, ਅਡੈਪਟ ਕੁਝ ਮੈਂ ਆਪਣੇ ਤੌਰ ਤੇ ਕੀਤੇ। ਦੂਸਰਾ ਮੈਂ ਇੱਕ ਗਰੁੱਪ ਹੈ ਚੰਡੀਗੜ੍ਹ 'ਚ, ਉਹਦਾ ਨਾਮ ਹੈ ਦਾ ਕੰਪਨੀ। ਮਾਨ ਸਿੰਘ ਚੌਧਰੀ ਉਹਦੇ ਉਹਨਾਂ ਥੀਏਟਰ ਹੈ, ਉਹਨਾਂ ਨੇ ਬਹੁਤ ਸਾਰੇ ਪਲੇ, ਉਹਨਾਂ ਨੇ ਬਹੁਤੇ ਪਲੇ ਇਦਾਂ ਕੀਤੇ ਕਿ ਉਹਨਾਂ ਨੇ ਪਲੇ ਇੱਕ ਤਰ੍ਹਾਂ ਸਕ੍ਰਿਪਟ ਉਹਨਾਂ ਨੂੰ ਪੰਜਾਬੀ ਉਹਨਾਂ ਨੇ ਬਾਹਰੋਂ ਲਈਆਂ, ਲੇਕਿਨ ਉਹਨੂੰ ਅਡੈਪਟ ਕੀਤਾ ਪੰਜਾਬੀ 'ਚ। ਸੋ ਉਹਨਾਂ ਦੇ ਗਰੁੱਪ ਨਾਲ ਮੈਂ ਬਹੁਤ ਸਾਰਾ ਕੰਮ ਕੀਤਾ। ਮੈਂ ਲਗਭਗ 8 ਨਾਟਕਾਂ ਦੀ ਅਡੈਪਟੇਸ਼ਨ ਕੀਤੀ, ਬਹੁਤ ਸਾਰੀਆਂ ਕਹਾਣੀਆਂ, ਨਾਵਲਾਂ ਦੇ। ਸੋ ਉਹਦੇ ਉਸ ਦੌਰਾਨ ਹੀ ਮੈਨੂੰ ਜਦੋਂ ਜਿਹੜਾ ਫਿਲਮ ਦਾ ਸਮਝ ਲਓ ਕਿ ਫਿਲਮ ਜਿਹੜੀ ਸ਼ਹੀਦ ਊਧਮ ਸਿੰਘ ਫਿਲਮ ਸੀ, ਜਿਹਦੇ ਮੈਂ ਡਾਇਲੌਗ ਲਿਖੇ, ਤੇ ਪਰ ਮੈਂ ਸਿਰਫ ਇੱਕੋ ਜਾਂ ਫਿਲਮ ਸੀ, ਇੱਕ ਵਿਦੇਸ਼, ਉਹਦਾ ਨਾਮ ਸੀ ਇੰਗਲਿਸ਼ 'ਚ ਉਹ ਹੈਵਨ ਔਨ ਅਰਥ। ਉਹਦੇ ਇੰਗਲਿਸ਼ ਦੇ ਜਿਹੜੇ ਡਾਇਲੌਗ ਸੀ ਉਹ ਕਿਸੇ ਹੋਰ ਨੇ ਲਿਖੇ ਸੀ, ਲੇਕਿਨ ਪੰਜਾਬੀ ਵਾਲੇ ਮੈਂ ਲਿਖੇ। ਲੇਕਿਨ ਸਿਰਫ ਇਹਨਾਂ ਦੋ ਫਿਲਮਾਂ ਦਾ ਹੀ ਮੈਂ ਥੋੜਾ ਜਿਹਾ ਕੰਮ ਕੀਤਾ, ਪਰ ਇਹ ਕੰਮ ਮੈਨੂੰ ਕਾਫੀ ਮੁਸ਼ਕਿਲ ਇਦਾਂ ਲੱਗਾ ਕਿ ਤੁਹਾਡੀ ਫਰੀडम ਨਹੀਂ ਹੁੰਦੀ। ਜਿੱਦਾਂ ਹੁਣ ਸ਼ਹੀਦ ਮੈਂ ਲਿਖ ਰਿਹਾ ਸੀ ਤਾਂ ਮੇਰੇ ਮਨ 'ਚ ਕਿ ਮੈਂ ਇਸ ਡਾਇਲੌਗ ਨੂੰ ਇਦਾਂ ਲਿਖਾਂ, ਉੱਥੇ ਫਿਰ ਉਹ ਪ੍ਰੋਡਿਊਸਰ ਦਾ ਹੁੰਦਾ ਕਿ ਇਹ ਡਾਇਲੌਗ ਚੱਲ ਜਾਊਗਾ, ਇਹ ਆਮ ਬੰਦਿਆਂ ਨੂੰ ਸਮਝ ਆਊਗਾ। ਸੋ ਉੱਥੇ ਤੁਹਾਡੀ ਆਜ਼ਾਦੀ ਬਿਲਕੁਲ ਸਰ, ਬਿਲਕੁਲ ਆਜ਼ਾਦ ਹਾਂ ਕਿ ਮੈਂ ਕੁਛ ਲਿਖਾਂ, ਮੁਸ਼ਕਿਲ ਲਿਖਾਂ, ਆਸਾਨ ਲਿਖਾਂ, ਗਹਿਰਾ ਲਿਖਾਂ, ਪੇਤਲਾ ਲਿਖਾਂ। ਸੋ ਫਿਲਮ ਦੇ ਵਿੱਚ ਮੈਨੂੰ ਲੱਗਦਾ ਕਿ ਮੇਰੀ ਪ੍ਰਤਿਭਾ ਸ਼ਾਇਦ ਉਹ ਨਹੀਂ ਸੀ, ਤੇ ਉੱਥੇ ਮੇਰਾ ਬਹੁਤਾ ਦਿਲ ਨਹੀਂ ਲੱਗਾ, ਅੱਗੇ ਜੁੜ ਨਹੀਂ ਸਕਿਆ। ਬੇਸ਼ੱਕ ਬਾਅਦ 'ਚ ਸ਼ਹੀਦ ਭਗਤ ਸਿੰਘ ਦੇ ਵੇਲੇ ਵੀ ਉਹਨਾਂ ਮੈਨੂੰ ਕਿਹਾ ਕਿ ਤੁਸੀਂ ਆ, ਮੈਂ ਕਿਹਾ ਮੈਂ ਹੁਣ ਯਾਨੀ ਮੇਰਾ ਖਿਆਲ ਹੈ ਕਿ ਮੈਨੂੰ ਆਪਣਾ ਹੀ ਕੰਮ ਕਰਨਾ ਚਾਹੀਦਾ, ਆਪਣੀ ਸ਼ਾਦੀ ਦੇ ਕੰਮ। ਬਹੁਤ ਸ਼ੁਕਰੀਆ ਸਰ। ਗੱਲਾਂ ਤਾਂ ਸਰ ਇਹ ਨਹੀਂ ਖਤਮ ਹੋ ਸਕਦੀਆਂ, ਬੜਾ ਦਿਲ ਜਿਹਨੂੰ ਕਹਿ ਸਕਦੇ ਹਾਂ ਬੇਤਾਬ ਸੀਗਾ ਤੁਹਾਡੇ ਨਾਲ ਗੱਲ ਕਰਨ ਦਾ। ਪਰ ਇਹ ਹੈ ਕਿ ਸਾਡੇ ਨਾਲ ਸਾਡੇ ਸਰੋਤੇ ਵੀ ਜੁੜੇ ਹੋਏ ਹਨ। ਮੈਂ ਚਾਹਾਂਗਾ ਕਿ ਮੈਂ ਅਨਮਿਊਟ ਕਰਨ ਜਾ ਰਿਹਾ ਕਿ ਸਾਡੇ ਸਰੋਤਿਆਂ ਵਿੱਚੋਂ ਇੰਨੇ ਹੀ ਸਨਮਾਨਯੋਗ ਸ਼ਖਸੀਅਤ ਸਾਡੇ ਨਾਲ ਜੁੜੇ ਹੋਏ ਨੇ, ਜੇ ਤੁਸੀਂ ਕੋਈ ਪ੍ਰਸ਼ਨ ਸਰ ਕੋਲੋਂ ਕਰਨਾ ਚਾਹੁੰਦੇ ਹੋ, ਜਿਵੇਂ ਮੇਰੇ ਦਿਲ ਦੇ ਅੰਦਰ ਬਹੁਤ ਤਾਂਘ ਸੀ ਮੈਂ ਚੀਜ਼ਾਂ ਪੁੱਛਣਾ ਸਰ ਕੋਲੋਂ, ਉਹ ਮੈਂ ਪੁੱਛੀਆਂ। ਕੀ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਸਰ ਕੋਲੋਂ ਕੋਈ ਵੀ ਕੁਐਸਚਨ ਹੈ ਜੋ ਇਸ ਟਾਈਮ ਤੇ ਕਰ ਸਕਦੇ ਹੋ। ਹਾਂਜੀ, ਚੈਟ ਦੇ ਵਿੱਚ ਕੁਝ ਮੈਸੇਜ ਪਾ ਸਕਦੇ ਹੋ, ਜੋ ਵੀ ਕੋਈ ਪ੍ਰਸ਼ਨ ਸਰ को ਪੁੱਛਣਾ ਚਾਹੁੰਦਾ ਹੈ ਤਾਂ ਮੈਂ ਉਹਨਾਂ ਨੂੰ ਅਨਮਿਊਟ ਕਰ ਦਿੰਦਾ। ਸਰੋਤਿਆਂ ਵਿੱਚੋਂ ਜੋ ਵੀ, हाँ जी सौरभ जी, हेलो। हाँ जी बेटा, तुसी पूछो सर को की पूछना चाहते हो। जी जी, बहुत बहुत मेरे वालों भी। जी जी, ਇਸ ਤਰ੍ਹਾਂ ਸੀ ਕਿ ਜਿਹੜੀ ਮੈਂ ਪਹਿਲਾਂ ਮੈਂ ਕਹੀ ਹੈ ਕਿ ਜਿਹੜੀ ਕਵਿਤਾ ਅਸਲ 'ਚ ਕੀ ਹੈ ਕਿ ਕਵਿਤਾ ਦੀ ਗੱਲਬਾਤ ਹੈ, ਕਵਿਤਾ ਇੱਕ ਗਹਿਰੀ ਗੱਲਬਾਤ ਹੈ। ਤੁਸੀਂ ਕਈ ਵਾਰੀ ਯਾਨੀ ਆਪਣੇ ਆਪ ਨੂੰ ਸੰਬੋਧਿਤ ਕਰ ਰਹੇ ਹੋ, ਜੋ ਲਫ਼ਜ਼ਾਂ ਦੇ ਨਾਮ ਸੀਗਾ ਉਹ ਇੱਦਾਂ ਹੈ ਕਿ ਮੈਂ ਅਕਸਰ ਸੋਚਦਾ ਹਾਂ ਕਿ ਬਹੁਤੀ ਕਵਿਤਾ ਮੈਂ ਜਾਂ ਸ਼ਾਇਦ ਦੁਨੀਆ ਵਿੱਚ
ਬਹੁਤੀ ਕਵਿਤਾ ਦੁੱਖ ਚੋਂ ਉੱਠਦੀ ਆ ਤੇ ਬਹੁਤੀ ਨਾ ਕਹੀਏ ਤਾਂ 50% ਜਿਹੜੀ ਆ ਉਹ ਆਮ ਤੌਰ ਤੇ ਭਾਵੇਂ ਉਰਦੂ ਸ਼ਾਇਰੀ ਪੜ੍ਹ ਲਓ ਜਾਂ ਤੁਸੀਂ ਸ਼ੈਲੇ ਦਾ ਕਤਨ ਪੜ੍ਹ ਲਓ ਕਿ our sweetest songs are those that tell of the saddest cross। ਉਹਦਾ ਕਾਰਨ ਇਹ ਹੁੰਦਾ ਕਿ ਸਾਨੂੰ ਖੁਸ਼ੀ 'ਚ ਬਹੁਤੀ ਕਵਿਤਾ ਦੀ ਲੋੜ ਨਹੀਂ ਪੈਂਦੀ। ਅਸੀਂ ਖੁਸ਼ੀ 'ਚ ਤਾਂ ਖੁਸ਼ੀ ਵਿੱਚ ਹੀ ਖੁਸ਼ ਹੋ ਜਾਂਦੇ ਹਾਂ ਜਾਂ ਸਾਡੇ ਨਾਲ ਹੋਰ ਲੋਕ ਹੁੰਦੇ, ਪਰ ਦੁੱਖ 'ਚ ਅਸੀਂ ਇਕੱਲੇ ਰਹਿ ਜਾਂਦੇ ਹਾਂ। ਇਸ ਲਈ ਦੁੱਖ 'ਚ ਸਾਨੂੰ ਕਵਿਤਾ ਦੀ ਜ਼ਿਆਦਾ ਲੋੜ ਪੈਂਦੀ ਹੈ। ਤਾਂ ਮੈਂ ਇੱਕ ਸ਼ੇਅਰ ਲਿਖਿਆ ਸੀਗਾ ਕਿ ਮੈਂ ਦੁੱਖ ਵੇਲੇ ਕਵਿਤਾ ਦੇ ਦੁਆਰ ਤੇ ਜਾਣਾ, ਔਰ ਜਿਸ ਤਰ੍ਹਾਂ ਆਪਾਂ ਕਿਸੇ ਥਾਂ ਤੇ ਜਾ ਕੇ ਆਪਣਾ ਚੜਾਵਾ ਚੜਾਉਣੇ ਆ, ਤੇ ਸ਼ਾਇਦ ਮੈਂ ਉੱਥੇ ਆਪਣੇ ਦੁੱਖਾਂ ਦਾ ਹੀ ਚੜਾਵਾ ਚੜਾਉਣਾ, ਤੇ ਉੱਥੋਂ ਮੈਂ ਉੱਥੋਂ ਇੱਕ ਖੁਸ਼ੀ, ਇੱਕ ਗੀਤ ਲੈ ਕੇ ਮੁੜਦਾ। ਤੇ ਮੈਂ ਦੋ ਲਾਈਨਾਂ ਲਿਖਿਆ ਸੀਗਾ ਕਿ ਸੰਤਾਪ ਨੂੰ ਗੀਤ ਬਣਾ ਲੈਣਾ ਮੇਰੀ ਮੁਕਤੀ ਦਾ ਇੱਕ ਰਾਹ ਤਾਂ ਹੈ, ਸੰਤਾਪ ਨੂੰ ਗੀਤ ਬਣਾ ਲੈਣਾ ਮੇਰੀ ਮੁਕਤੀ ਦਾ ਰਾਹ ਤਾਂ ਹੈ, ਜੇ ਹੋਰ ਨਹੀਂ ਹੈ ਦਰ ਕੋਈ ਇਹ ਲਫ਼ਜ਼ਾਂ ਦੀ ਦਰਗਾਹ ਤਾਂ ਹੈ। ਕਿ ਉਸ ਸ਼ੇਰ ਚੋਂ ਹੀ ਇਹ ਮੇਰਾ ਨਾਮ ਆਇਆ ਸੀ ਕਿ ਮੈਂ ਕਿਤਾਬ ਦਾ ਨਾਮ ਵੀ ਲਫ਼ਜ਼ਾਂ ਦੀ ਦਰਗਾਹ ਰੱਖੂੰਗਾ, ਯਾਨੀ ਇੱਕ ਸ਼ਰਾਈਨ ਆਫ ਵਰਡਸ ਹੈ ਕਿ ਇਹ ਇੱਕ ਸ਼ਰਾਈਨ ਆ ਜਿਹੜਾ ਸ਼ਬਦਾਂ ਦਾ ਬਣਿਆ ਸ਼ਰਾਈਨ ਹੈ, ਸ਼ਬਦਾਂ ਦਾ ਬਣਿਆ ਪਾਵਨ ਸਥਾਨ ਹੈ। ਪੋਇਟਰੀ ਨੂੰ ਇੱਕ ਤਰ੍ਹਾਂ ਆਪਾਂ ਇਲਾਜ ਵੀ, ਥੈਰੇਪੀ ਵੀ ਸਮਝਦੇ ਆ ਕਿ ਕਵਿਤਾ ਇੱਕ ਤਰ੍ਹਾਂ ਦੁੱਖਾਂ ਦਾ ਇਲਾਜ ਵੀ ਕਰਦੀ ਆ। ਕਵੀ ਦੇ ਦੁੱਖਾਂ ਦਾ ਵੀ ਕਰਦੀ ਹੈ ਕਿ ਕਵੀ, ਜਿਵੇਂ ਕਿਸੇ ਨੇ ਕਿਹਾ ਸੀ ਵੀ ਜਦੋਂ ਅਸੀਂ ਕਵਿਤਾ ਲਿਖਦੇ ਹਾਂ ਅਸੀਂ ਦੁੱਖ ਦੀ ਪਕੜ 'ਚ ਹੁੰਦੇ ਹਾਂ, ਪਰ ਕਵਿਤਾ ਲਿਖਣ ਤੋਂ ਬਾਅਦ ਸ਼ਾਇਦ ਦੁੱਖ ਸਾਡੀ ਪਕੜ 'ਚ ਆ ਜਾਂਦਾ ਕਿ ਅਸੀਂ ਉਹਨੂੰ ਸਮਝ ਜਾਂਦੇ ਹਾਂ, ਉਹ ਸਾਡੀ ਗ੍ਰਿਪ 'ਚ ਆ ਜਾਂਦਾ। ਸੋ ਲਿਖਣਾ ਬੇਸ਼ੱਕ ਵੀ ਨਾ ਲਿਖੋ, ਮੈਂ ਬਹੁਤ ਵਾਰੀ ਆਪਣੇ ਵਿਦਿਆਰਥੀਆਂ ਨੂੰ ਕਹਿੰਦਾ ਕਿ ਤੁਸੀਂ ਕੁਝ ਨਾ ਕੁਝ ਜ਼ਰੂਰ ਲਿਖਿਆ ਕਰੋ, ਕਿ ਜਦੋਂ ਵੀ ਕਿਸੇ ਮੁਸ਼ਕਿਲ 'ਚ ਹੋ ਤਾਂ ਜ਼ਰੂਰ ਉਸ ਮੁਸ਼ਕਿਲ ਬਾਰੇ ਲਿਖਣ ਦੀ ਕੋਸ਼ਿਸ਼ ਕਰੋ। ਜ਼ਰੂਰ ਨਹੀਂ ਕਵਿਤਾ ਲਿਖਣੀ ਹੈ, ਵਾਰਤਕ ਵੀ ਲਿਖੋਗੇ ਔਰ ਤੁਹਾਡੇ ਉਹ ਸਮਝ ਆ ਜਾਊਗਾ ਗੱਲ। ਸੋ ਇੱਦਾਂ ਇੱਕ ਤਰ੍ਹਾਂ ਮੈਂ ਕਵਿਤਾ ਨੂੰ ਇੱਕ ਇਸ ਤਰ੍ਹਾਂ ਦਾ ਇਲਾਜ ਵੀ ਸਮਝਦਾ, ਆਪਣੇ ਦੁੱਖਾਂ ਨੂੰ ਸਮਝਣ ਦਾ ਸਥਾਨ, ਦੁੱਖਾਂ ਨੂੰ ਦੂਰ ਕਰਨ ਦਾ ਸਥਾਨ, ਜਾਂ ਸੰਤਾਪ ਨੂੰ ਗੀਤ ਤੇ ਬਦਲਣ ਦਾ ਸਥਾਨ। ਸੋ ਇੱਥੋਂ ਉਹਦੀ ਪ੍ਰੇਰਨਾ। ਹਾਂਜੀ, ਨੈਕਸਟ ਸੁਮਨ ਸੇਠੀਆ ਜੀ, ਪਲੀਜ਼ ਤੁਸੀਂ ਸਰ ਨਾਲ ਰੂਬਰੂ ਹੋਣਾ ਚਾਹੁੰਦੇ ਹੋ, ਤੁਸੀਂ ਸਰ ਨਾਲ ਪ੍ਰਸ਼ਨ ਕਰ ਸਕਦੇ ਹੋ। ਮਿਸ ਸੁਮਨ ਸੇਠੀਆ ਜੀ। ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਤੇ ਗੁਲਜ਼ਾਰ ਜਿਹੜਾ ਇੰਸਟੀਟਿਊਟ ਲਿਆ ਵਾ ਡਾਕਟਰ ਪਾਤਰ ਸਾਹਿਬ ਨੂੰ ਮਿਲਾਨ ਦਾ। ਮੇਰਾ ਸਵਾਲ ਸਰ ਇਹ ਹੈਗਾ ਵਾ ਕਿ ਅੱਜ ਕੱਲ੍ਹ ਦੀ ਜਿਹੜੀ ਕਵਿਤਾ, ਪੁਰਾਣੀ ਕਵਿਤਾ ਸੀਗੀ ਜਾਂ ਹੁਣ ਦੀ ਜੋ ਕਵਿਤਾ, ਜੋ ਯੁੱਗ ਬਦਲ ਗਿਆ ਵਾ, ਦੌਰ ਬਦਲ ਗਿਆ ਵਾ, ਉਸ ਦੌਰ ਦੇ ਵਿੱਚ ਜਿਹੜੀ ਕਵਿਤਾ ਵਾ ਉਹਨੂੰ ਕਿੰਨਾ ਕੁ ਨਵਾਂ ਕਰਨ ਦੀ ਲੋੜ ਹੈਗੀ ਹੈ, ਕਿੰਨੀ ਕੁ ਨਵੀਨੀਕਰਨ ਦੀ ਲੋੜ ਹੈਗੀ ਆ, ਇੱਕ ਸਵਾਲ। ਔਰ ਦੂਜਾ ਸਵਾਲ ਸਰ ਮੇਰਾ ਇਹ ਵਾ ਕਿ ਅੱਜ ਕੱਲ੍ਹ ਦੇ ਯੂਥ ਨੂੰ ਇਸ ਕਵਿਤਾ ਨਾਲ ਕਿਵੇਂ ਜੋੜਿਆ ਜਾ ਸਕਦਾ? ਇਹ ਤਾਂ ਦੋ ਸਵਾਲ ਹੈ ਮੇਰੇ। ਹਾਂ, ਸੋ ਪਹਿਲੀ ਗੱਲ ਤਾਂ ਇਹ ਹੈ ਕਿ ਕਵਿਤਾ ਜਿਹੜੀ ਆ ਉਹ ਆਪਣੇ ਆਪ ਹੀ ਨਵੀਨ ਹੋਈ ਜਾਂਦੀ ਆ। ਕਿ ਮੰਨ ਲਓ ਜੀ ਪੁਰਾਣੀ ਕਵਿਤਾ 'ਚ ਚਰਖੇ ਆਉਂਦੇ ਸੀਗੇ ਨਾ, ਕਿ ਕੁਝ ਕੱਤ ਕੁੜੇ ਕੁਝ ਵੱਤ ਕੁੜੇ, ਜਾਂ ਖੂਹ ਆਉਂਦਾ ਸੀਗਾ ਕਿ ਖੂਹ ਗਿਰਦਾ ਹੈ ਦਿਨ ਰਾਤ ਮੀਆਂ ਟਿੰਡਾਂ ਅੰਧਕਾਰ ਚੋਂ। ਸੋ ਹੁਣ ਜਿਹੜੀ ਹੁਣ ਦੀ ਕਵਿਤਾ ਹੈ ਉਹਦੇ 'ਚ ਇਹ ਇਮੇਜਸ ਖਤਮ ਹੋ ਗਏ, ਹੁਣ ਉਹਦੇ 'ਚ ਇਹੋ ਬਿੰਬ ਨਹੀਂ ਆਉਂਦੇ, ਨਵੇਂ ਬਿੰਬ ਆਉਂਦੇ ਆ। ਸੋ ਜਿਵੇਂ ਮੈਂ ਕਦੀ ਲਿਖਿਆ ਸੀ ਵੀ ਅਸੀਂ ਤਾਰਿਆਂ ਦੀ ਪ੍ਰੂਫ ਰੀਡਿੰਗ ਕਰਦੇ ਹਾਂ। ਸੋ ਮੇਰੇ ਮਨ 'ਚ ਜਿੱਦਾਂ ਹੁਣ ਅਸਮਾਨ ਕਿਸੇ ਵੇਲੇ ਜਿਹੜਾ ਉਹਨੂੰ ਜਿਹੜਾ ਪੁਰਾਣਾ ਕਵੀ ਆ ਉਹ ਕਦੀ ਵੀ ਇਸ ਤਰ੍ਹਾਂ ਤੁਲਨਾ ਨਹੀਂ ਦਊਗਾ, ਉਹਨੂੰ ਤੁਲਨਾ ਉਹਦੇ ਲਈ ਜਿਹੜਾ ਅਸਮਾਨ ਆ ਅਸੀਂ ਕਹਿੰਦੇ ਕਿ ਉਹਦੇ ਲਈ ਬਹੁਤ ਤਰ੍ਹਾਂ ਦਾ ਵੱਖਰਾ ਇਮੇਜ ਲੈ ਕੇ ਆਊਗਾ। ਸੋ ਮੇਰਾ ਖੇਤ ਸੀ ਕਿ ਲੇਟੇ ਲੇਟੇ ਪੜ੍ਹਦੇ ਪੜ੍ਹਦੇ ਸੌਂ ਜਾਂਦੇ ਨੇ ਲੋਕ, ਰੋਜ਼ ਤਕਾਲੀ ਛਪ ਜਾਂਦਾ ਹੈ ਇੱਕ ਨੀਲੇ ਅਖਬਾਰ। ਸੋ ਮੈਂ ਅਸਮਾਨ ਨੂੰ ਇੱਕ ਨੀਲੇ ਅਖਬਾਰ ਨਾਲ ਤੁਲਨਾ ਦਿੱਤੀ। ਸੋ ਇਹ ਕਿ ਉਹ ਯਾਨੀ ਆਪਣੇ ਆਪ ਹੀ ਕਵਿਤਾ 'ਚ ਨਵੀਨਤਾ ਆਈ ਜਾਂਦੀ ਹੈ ਸਾਡੀ ਲਿਵਿੰਗ ਦੇ ਨਾਲ ਨਾਲ, ਕਿ ਜੋ ਅਸੀਂ ਜਿਉਂਦੇ ਹਾਂ, ਜਿਸ ਤਰ੍ਹਾਂ ਅਸੀਂ ਜਿਸ ਚੋਂ ਅਸੀਂ ਲੰਘਦੇ ਹਾਂ ਉਹ ਸਾਡੀ ਕਵਿਤਾ 'ਚ ਆਈ ਜਾਂਦਾ। ਸੋ ਇੱਕ ਮੇਰਾ ਬਹੁਤ ਲਾਈਟ ਕਿਸਮ ਦਾ ਸ਼ੇਰ ਸੀਗਾ ਕਿ ਮੈਂ ਉਹ ਵਿਅੰਗ ਨਾਲ ਹੀ ਲਿਖਿਆ ਸੀ। ਸੋ ਮੈਂ ਲਿਖਿਆ ਸੀ ਕਿ ਅਥਰੂ ਟੈਸਟ ਟਿਊਬ 'ਚ ਪਾ ਕੇ ਵੇਖਾਂਗੇ,
अथरू टेस्ट ट्यूब च पा के वेखांगे कल राती तू किस महबूब ने रोया सी। तो ਇਹੋ ਬਿਲਕੁਲ ਇਹਦੇ ਵਿੱਚ ਜਿਹੜੀ ਸੀ ਕਿ ਇਹੋ ਕਿਸੇ ਪੁਰਾਣੇ ਵਕਤਾਂ 'ਚ ਇਹ ਨਹੀਂ ਸੀ ਲਿਖਿਆ ਜਾ ਸਕਦਾ ਕਿ ਜੋ ਟੈਸਟ ਟਿਊਬ ਹੈ ਹੀ ਨਹੀਂ ਸੀ ਜਾਂ ਸਾਇੰਸ ਦਾ ਨਹੀਂ ਸੀ। ਲੇਕਿਨ ਇਹ ਕਿ ਨਵੀਂ ਜਦੋਂ ਜ਼ਿੰਦਗੀ ਜਿਉਂਦੇ ਆ ਤਾਂ ਉਹ ਆਪਣੇ ਆਪ ਹੀ ਕਵਿਤਾ ਜਿਹੜੀ ਆ ਉਹ ਨਵੀਂ ਹੁੰਦੀ ਜਾਂਦੀ ਆ, ਉਹਦੇ 'ਚ ਨਵੀਨਤਾ ਆ ਜਾਂਦੀ। ਜਾਂ ਆਪਾਂ ਕਹਿੰਦੇ ਜਗ ਜੰਕਸ਼ਨ ਗੱਡੀਆਂ ਦਾ ਇੱਕ ਆਵੇ ਇੱਕ ਜਾਵੇ। ਹੁਣ ਜਦੋਂ ਟ੍ਰੇਨ ਉਦੋਂ ਇਹੋ ਫੇਰ ਪੋਸੀਬਲ ਨਹੀਂ ਸੀਗਾ ਤੇ ਹੁਣ ਉਹਨੂੰ ਆਪਣੇ ਨੇ ਕਿ ਦੁਨੀਆ ਦਾ ਇੱਕ ਜੰਕਸ਼ਨ ਆ ਇੱਥੇ ਗੱਡੀ। ਹੁਣ ਜਿਹੜੀ ਇਹ ਆਪਣੇ ਆਪ ਹੀ ਕਵਿਤਾ ਨਵੀਨ ਹੋਈ ਆ, ਇਹਨੂੰ ਕੋਸ਼ਿਸ਼ ਨਾਲ ਨਵੀਨ ਨਹੀਂ ਕੀਤਾ ਗਿਆ। ਸੋ ਮੈਂ ਸਮਝਦਾ ਕਿ ਜ਼ਰੂਰ ਨਹੀਂ ਕਿ ਅਸੀਂ ਉਹਨੂੰ ਕੋਸ਼ਿਸ਼ ਨਾਲ ਨਵੀਨ ਕਰੀਏ, ਆਪਣੇ ਆਪ ਹੀ ਸਾਡੀ ਉਹਦੇ ਰਿਦਮ ਬਦਲ ਜਾਣੇ ਆ। ਜਦੋਂ ਜਹਾਨ ਦਾ ਕਿਸੇ ਵੇਲੇ ਟਾਂਗੇ ਨਾਲ ਗੀਤ ਸੀਗੇ ਫਿਲਮਾਂ 'ਚ, ਟਾਂਗਾ ਚੱਲਦਾ ਤਾਂ ਉਹਦੇ ਨਾਲ ਨਾਲ ਹੀਰੋ ਗਾ ਰਿਹਾ ਤੇ ਉਹ ਟਾਂਗੇ ਦਾ ਰਿਦਮ ਸੀ। ਕਿਸੇ ਵੇਲੇ ਘੋੜੇ ਦਾ ਰਿਦਮ ਸੀ, ਫਿਰ ਟ੍ਰੇਨ ਦੇ ਰਿਦਮ ਦੇ ਗੀਤ ਲਿਖੇ ਗਏ। ਸੋ ਜ਼ਿੰਦਗੀ ਦਾ ਜਿਵੇਂ ਰਿਦਮ ਬਦਲਦਾ ਉਹਦੇ ਨਾਲ ਹੀ ਕਵਿਤਾ ਆਪਣੇ ਆਪ ਨਵੀਨ ਹੋ ਜਾਂਦੀ ਹੈ। ਔਰ ਦੂਜੀ ਗੱਲ ਹੈ ਕਿ ਬੱਚਿਆਂ ਨੂੰ ਜੋੜਨ ਦਾ ਇੱਕ ਤਰੀਕਾ ਹੈ ਕਿ ਕਵਿਤਾ ਨੂੰ ਨਵੇਂ ਮਾਧਿਅਮ ਨਾਲ ਜੋੜਿਆ ਜਾਵੇ। ਹੁਣ ਤੁਸੀਂ YouTube ਤੇ ਪਾਓ ਜਾਂ ਵੀਡੀਓ ਪਾਓ ਕਿ ਉਹ ਇੱਕ ਇਹੋ ਤਰੀਕਾ ਅੱਛਾ ਹੋਗਾ ਕਿ ਅਸੀਂ ਬੱਚਿਆਂ ਨੂੰ ਕਵਿਤਾ ਨਾਲ ਜੋੜ ਸਕਦੇ ਹਾਂ। ਦੂਜਾ ਹੈ ਕਿ ਜਿਹੜੇ ਆਪਣੇ ਵਿਦਿਅਕ ਅਦਾਰੇ ਆ ਉਹ ਇੱਕ ਬਹੁਤ ਵੱਡਾ ਰੋਲ ਪਲੇ ਕਰ ਸਕਦੇ। ਮੈਂ ਕਹਿੰਦਾ ਕਿ ਸਾਨੂੰ ਕਲਚਰ ਨੂੰ ਤੇ ਐਜੂਕੇਸ਼ਨ ਨੂੰ ਬਹੁਤ ਨੇੜੇ ਲਿਆਉਣਾ ਚਾਹੀਦਾ। ਮੇਰਾ ਸੁਝਾਅ ਵੀ ਸੀ ਕਿ ਭਾਵੇਂ ਬੱਚੇ ਸਾਇੰਸ ਪੜ੍ਹਦੇ ਹੋਣ, ਭਾਵੇਂ ਇੰਜੀਨੀਅਰਿੰਗ ਪੜ੍ਹਦੇ ਹੋਣ, ਕਿ ਬੇਸ਼ੱਕ ਉਹਨਾਂ ਦੀ ਕਲਾਸ 5 ਮਿੰਟ ਘਟਾਤੀ ਜਾਵੇ ਕਿ ਜੇ ਪੀਰੀਅਡ ਤੁਹਾਡਾ 45 ਮਿੰਟ ਦਾ ਉਹਨੂੰ 40 ਮਿੰਟ ਦਾ ਕਰ ਦਿਓ। ਲੇਕਿਨ ਇੱਕ ਪੀਰੀਅਡ ਜ਼ਰੂਰ ਹੋਵੇ ਜਿਹਦੇ ਵਿੱਚ ਕਲਚਰ ਦੀ ਗੱਲ, ਕਿ ਕਦੀ ਉਹਦੇ 'ਚ ਕੋਈ ਕਵੀ ਆਵੇ, ਕਦੀ ਕੋਈ ਮਿਊਜ਼ੀਸ਼ੀਅਨ ਆਵੇ, ਕਦੀ ਕੋਈ ਥੀਏਟਰ ਵਾਲਾ ਬੰਦਾ ਆਵੇ, ਕਦੀ ਕੋਈ ਫਿਲਾਸਫਰ ਹੀ ਆਵੇ। ਮਤਲਬ ਉਹ ਬਹੁਤ ਜ਼ਰੂਰੀ ਹੈ ਕਿ ਅਸੀਂ, ਕਿਉਂਕਿ ਬੇਸਿਕ ਗੱਲ ਹੈ ਕਿ ਜ਼ਿੰਦਗੀ ਕੀ ਆ, ਅਸੀਂ ਕੀ ਆ, ਉਹ ਸਵਾਲ ਜਿਹੜੇ ਆਮ ਤੌਰ ਤੇ ਆਰਟ ਦੀ ਦੁਨੀਆ 'ਚ ਹੀ ਸੋਲਵ ਹੁੰਦੇ ਆ, ਸਾਇੰਸ ਦੁਨੀਆ 'ਚ ਸੋਲਵ ਨਹੀਂ ਕੀਤੇ ਜਾਂਦੇ ਜਾਂ ਉਸ ਤਰ੍ਹਾਂ ਉਹਨਾਂ ਦਾ ਹਿੱਸਾ ਨਹੀਂ ਹੁੰਦੇ। ਸੋ ਨੌਜਵਾਨਾਂ ਨੂੰ ਜੋੜਨ ਦਾ ਤਰੀਕਾ ਇੱਕ ਤੇ ਇਹ ਹੈ ਕਿ ਜਿਹੜੇ ਸਾਡੀਆਂ ਸਾਰੀਆਂ ਵਿਦਿਅਕ ਸੰਸਥਾਵਾਂ, ਜ਼ਰੂਰੀ ਨਹੀਂ ਕਿ ਜੋ ਲੈਂਗੁਏਜ ਪੜ੍ਹਦਾ ਉਹੀ ਪੋਇਟਰੀ ਪੜ੍ਹੇ, ਕਿ ਇਹ ਇੱਕ ਤਰ੍ਹਾਂ ਸਾਡਾ ਸਿਲੇਬਸ ਆ, ਇਹ ਚੀਜ਼ਾਂ ਉਹਦਾ ਹਿੱਸਾ ਬਣਨੀਆਂ ਚਾਹੀਦੀਆਂ। ਤੋ ਇਸ ਤਰ੍ਹਾਂ ਕਰਕੇ ਅਸੀਂ ਉਹਨਾਂ ਵਿੱਚ ਨਵਾਂ ਸੋਚ ਜਾਂ ਉਹਨਾਂ ਨੂੰ ਕਿ ਕਿੱਦਾਂ ਉਹਨਾਂ ਦੀ ਜ਼ਿੰਦਗੀ ਨਾਲ ਰਿਲੇਟ ਕਰਦੇ ਕਵਿਤਾ ਤਾਂ ਜ਼ਿੰਦਗੀ ਹੈ। ਕਵਿਤਾ ਹਰ ਇੱਕ ਦਾ ਵਿਸ਼ਾ, ਕਿ ਕਵਿਤਾ ਇਹ ਨਹੀਂ ਕਿ ਜਿਹੜਾ ਸਾਇੰਟਿਸਟ ਹੈ ਉਹਨੂੰ ਕਵਿਤਾ ਦੀ ਨਹੀਂ ਲੋੜ ਪੈਂਦੀ, ਕਿ ਜਿਹੜਾ ਵੀ ਜਿਉਂਦਾ ਜਿਹਦੇ ਅੰਦਰ ਵੀ ਪਿਆਰ, ਮਮਤਾ, ਕਰੁਣਾ, ਈਰਖਾ, ਕਾਮਨਾ ਹੈ, ਕਵਿਤਾ ਉਹਦਾ ਵਿਸ਼ਾ। ਸੋ ਕਵਿਤਾ ਹਰੇਕ ਸਾਇੰਟਿਸਟ ਲਈ, ਹਰੇਕ ਇੰਜੀਨੀਅਰ ਲਈ ਉਹਨੂੰ ਕਵਿਤਾ ਦੀ ਲੋੜ ਪੈਂਦੀ ਆ, ਕਿਉਂਕਿ ਉਹ ਵੀ ਆਖਰ ਇੱਕ ਮਾਨਵ ਹੈ। ਉਹਦੇ ਵਿੱਚ ਵੀ ਉਹੀ ਜਜ਼ਬੇ ਨੇ, ਉਹੀ ਪਿਆਰ ਆ, ਉਹੀ ਮਮਤਾ, ਉਹਦੇ ਬੱਚੇ ਨੇ, ਉਹਦਾ ਸਾਰਾ ਪਰਿਵਾਰ, ਉਹਦੇ ਮਨ ਵਿੱਚ ਵੀ ਡਰ ਹੈ, ਖੌਫ ਹੈ। ਤੋ ਇਹ ਸਾਰਾ ਕੁਝ ਕਵਿਤਾ ਇੱਕ ਤਰ੍ਹਾਂ ਸਭ ਦਾ, ਕਵਿਤਾ ਹੀ ਨਹੀਂ, ਯਾਨੀ ਜਿਹੜਾ ਕੋਈ ਵੀ ਆਰਟ ਆ ਉਹ ਸਭ ਦਾ ਸਾਂਝਾ ਵਿਸ਼ਾ। ਸਮਾਂ ਸਰ ਥੋੜਾ ਹੈ, ਨਹੀਂ ਤਾਂ ਗੱਲਾਂ ਨਹੀਂ ਖਤਮ ਹੋ ਸਕਦੀਆਂ। ਮੈਂ ਸਿਰਫ 2 ਸਰੋਤਿਆਂ ਨੂੰ ਹੋਰ ਸਮੇਂ ਦੇਣ ਦੀ ਗੁਜ਼ਾਰਿਸ਼ ਹੈ। ਇੱਕ ਹਰਦੀਪ ਸਿੰਘ ਜੀ ਨੇ ਤੇ ਇੱਕ ਸਤਨਾਮ ਸਿੰਘ ਜੀ ਨੇ। ਪਲੀਜ਼ ਰੈਡੀ ਰਹੋ, ਤੁਸੀਂ ਸਰ ਕੋਲੋਂ ਕੁਐਸਚਨ ਕਰਨ ਵਾਸਤੇ। ਹਰਦੀਪ ਸਿੰਘ ਜੀ ਪਲੀਜ਼ ਸਰ ਕੋਲੋਂ ਕੁਐਸਚਨ ਪੁੱਛ ਸਕਦੇ ਹੋ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ, ਮੈਂ ਤੁਹਾਡੀਆਂ ਬਹੁਤ ਕਵਿਤਾਵਾਂ ਪੜ੍ਹਦਾ ਜੀ, ਬਹੁਤ ਸੋਹਣਾ ਲਿਖਦੇ ਹੋ ਤੁਸੀਂ। ਬਹੁਤ ਸ਼ੁਕਰੀਆ ਸਰ, ਇੱਕ ਤੁਹਾਡਾ ਗੀਤ ਸੀਗਾ, ਦਿਲ ਹੀ ਉਦਾਸ ਹੈ ਤੇ ਉਦਾਸ ਹੈ ਜੀ, ਬਾਕੀ ਸਭ ਖੈਰ ਹੈ। ਹਾਂਜੀ ਹਾਂ ਸਰ, ਕਿਰਪਾ ਕਰਕੇ ਜੀ ਉਹ ਸੁਣਾਓ ਤਾਂ ਬੜੀ ਖੁਸ਼ੀ ਹੋਊ ਮਨ ਨੂੰ। ਚਲੋ ਮੈਂ ਤੁਹਾਨੂੰ ਉਹਦੇ 2 ਬੰਦ ਸੁਣਾ ਦਿੰਦਾ। ਥੈਂਕ ਯੂ ਸਰ, ਥੈਂਕ ਯੂ। ਥੋੜਾ ਜਿਹਾ ਉਹਦਾ ਪਿਛੋਕੜ ਇਹ ਸੀ ਕਿ ਉਹ ਮੈਂ ਜਦੋਂ ਯੂਨੀਵਰਸਿਟੀ ਪਟਿਆਲੇ, ਪੰਜਾਬੀ ਯੂਨੀਵਰਸਿਟੀ ਪੜ੍ਹਦਾ ਸੀ MA 'ਚ, ਇਹ ਉਦੋਂ ਦਾ ਮੇਰਾ ਗੀਤ ਆ, ਇੰਨਾ ਪੁਰਾਣਾ ਗੀਤ ਆ। ਤੇ ਉਦੋਂ ਮੈਂ ਆਪਣੇ ਪਿੰਡ ਬਾਰੇ, ਆਪਣੇ ਘਰ ਬਾਰੇ ਸੋਚ ਰਿਹਾ ਸੀ, ਜਾਂ ਮੇਰੇ ਪਿਤਾ ਜਿਹੜੇ ਕਿ ਪ੍ਰਦੇਸ਼ ਚਲੇ ਗਏ ਸੀ ਜਦੋਂ ਮੈਂ ਦੂਜੀ ਜਮਾਤ 'ਚ ਪੜ੍ਹਦਾ ਸੀ, ਤਾਂ ਉਹ ਈਸਟ ਅਫਰੀਕਾ ਗਏ ਰੋਜ਼ੀ ਰੋਟੀ ਦੀ ਖਾਤਰ। ਮੈਂ ਹੁਣ ਜਾਂਦੇ ਅਸੀਂ, ਸਾਡੇ ਹੁਣ ਤਾਂ ਬਹੁਤ ਲੋਕ ਜਾਂਦੇ, ਤੇ ਉਹ ਵੀ ਇੱਦਾਂ ਹੀ ਜਾਣੀ ਗਏ ਸੀ। ਤੇ ਮੈਂ ਲਿਖਿਆ ਸੀਗਾ ਕਿ ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਪੈੜੇ, ਦਿਲ
ਦੂਰ ਇੱਕ ਪਿੰਡ ਵਿੱਚ ਨਿੱਕਾ ਜਿਹਾ ਘਰ ਸੀ, ਕੱਚੀਆਂ ਸੀ ਕੰਧਾਂ, ਉਹਦਾ ਬੋੜਾ ਜਿਹਾ ਦਰ ਸੀ। ਅੰਮੀ ਮੇਰੀ ਚਿੰਤਾ ਤੇ ਬਾਪੂ ਮੇਰਾ ਡਰ ਸੀ। ਉਦੋਂ ਮੇਰੀ ਔਧ ਯਾਰੋ ਮਸਾਂ ਫੁੱਲ ਭਰ ਸੀ। ਜਦੋਂ ਦਾ ਸਾਡੇ ਨਾਲ ਖੁਸ਼ੀਆਂ ਨੂੰ ਬਹਿ ਰੇ, ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜੇ, ਦਿਲ ਹੀ ਉਦਾਸ ਹੈ ਜੀ ਬਾਕੀ ਸਭ। क्या बात है, शुक्रिया सर, बहुत बहुत शुक्रिया। ਇੱਕ ਬੰਦ ਬਹੁਤ ਸਾਰਾ, ਬਸ ਉਹ ਲੰਬਾ 4 ਬੰਦ ਨਹੀਂ ਲਿਖੀ ਮੈਂ, ਇੱਕੋ ਬੰਦ ਜਿਹੜਾ ਮੈਂ ਗੱਲ ਕੀਤੀ ਨਾ ਕਿ ਮੇਰੇ ਪਿਤਾ ਜੀ ਦੇ ਪ੍ਰਦੇਸ਼ ਜਾਣ ਦੀ, ਤੇ ਮੈਂ ਲਿਖਿਆ ਸੀ ਕਿ ਮੈਲੀ ਜਿਹੀ ਸਿਆਲ ਦੀ ਉਹ ਧੁੰਦਲੀ ਸਵੇਰ ਸੀ, ਮੈਲੀ ਜਿਹੀ ਸਿਆਲ ਦੀ ਉਹ ਧੁੰਦਲੀ ਸਵੇਰ ਸੀ, ਸੂਰਜ ਦੇ ਚੜ੍ਹਨ 'ਚ ਹਾਲੇ ਬੜੀ ਦੇਰ ਸੀ। ਪਿਤਾ ਪ੍ਰਦੇਸ਼ ਗਿਆ ਜਦੋਂ ਪਹਿਲੀ ਵੇਰ ਸੀ, ਮੇਰੀ ਮਾਂ ਦੇ ਨੈਣਾਂ ਵਿੱਚ ਅੰਜੂ ਤੇ ਹਨੇਰ ਸੀ। ਹਾਲੇ ਤੀਕ ਨੈਣਾਂ ਵਿੱਚ ਮਾੜੀ ਮਾੜੀ ਗਹਿ ਰੇ, ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਏ, ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ। बहुत शुक्रिया सर, बहुत खूबसूरत है सर, बहुत खूबसूरत। हाँ जी, सतनाम जी, सतनाम सिंह जी, मेरी रिक्वेस्ट है प्लीज ਤੁਸੀਂ ਜੇ ਸਾਨੂੰ ਕੁਐਸਚਨ ਪੁੱਛਣਾ ਚਾਹੁੰਦੇ ਹੋ ਤਾਂ ਪਲੀਜ਼। ਹਾਂਜੀ ਸਰ, ਸਤਿ ਸ਼੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ। ਸਰ ਮੇਰਾ ਪਹਿਲਾ ਕੁਐਸਚਨ ਆ ਪੰਜਾਬੀ ਵੋਕੈਬ ਨੂੰ ਲੈ ਕੇ, ਕਿ ਬਹੁਤ ਸਾਰੇ ਸ਼ਬਦ ਜਾਂ ਸ਼ਬਦਾਵਲੀ ਵਰਡਸ ਇੱਦਾਂ ਦੇ ਆ ਪੰਜਾਬੀ ਦੇ ਜਿਹੜੇ ਅਸੀਂ ਅਕਸਰ ਗਲਤ ਬੋਲਦੇ ਹਾਂ, ਤੇ ਮੈਂ ਬਹੁਤ ਸਾਰੀਆਂ ਥਾਵਾਂ ਤੇ ਗਲਤ ਲਿਖੇ ਵੀ ਦੇਖੇ ਨੇ, ਤੇ ਉਹ ਸਾਡੀ ਜ਼ੁਬਾਨ ਤੇ ਗਲਤ ਹੀ ਬੋਲੇ ਜਾਂਦੇ ਨੇ। ਜਿਵੇਂ ਇੱਕ ਸ਼ਬਦ ਹੈਗਾ ਦਸਮੇਸ਼, ਸ਼ਬਦ ਹੈਗਾ ਦਸਮੇਸ਼, ਦੱਦਾ ਸੱਸਾ ਉਹਦੇ ਪੈਰ 'ਚ ਬਿੰਦੀ ਨਹੀਂ, ਮੰਮੀ ਨੂੰ ਲਾਮ ਸੱਸੇ ਦੇ ਪੈਰ ਬਿੰਦੀ, ਦਸਮੇਸ਼। ਬਹੁਤ ਸਾਰੀਆਂ ਥਾਵਾਂ ਤੇ ਦੁਕਾਨਾਂ ਤੇ ਜਾਂ ਕਈਆਂ ਦੇ ਨਗਰਾਂ ਦੇ ਨਾਮ ਦਸ਼ਮੇਸ਼ ਨੇ, ਤਾਂ ਉਹ ਦੱਦਾ ਸੱਸੇ ਪੈਰ ਬਿੰਦੀ ਲਿਖਦੇ ਸਾਰੇ। ਤੇ ਇੱਦਾਂ ਦੇ ਹੋਰ ਬਹੁਤ ਸਾਰੇ ਸ਼ਬਦ ਨੇ। ਇਹ ਵਕੈਬ ਨੂੰ ਸੁਧਾਰਨ ਦੇ ਲਈ ਜਾਂ ਸਹੀ ਹੋਣ ਦੇ ਲਈ ਅਸੀਂ ਕੀ ਕਰ ਸਕਦੇ ਹਾਂ? ਅਖਬਾਰਾਂ ਤੇ ਵੀ ਬਹੁਤ ਵੱਡੀਆਂ ਗਲਤੀਆਂ ਆਉਂਦੀਆਂ ਸਪੈਲਿੰਗ ਮਿਸਟੇਕਸ ਦੀਆਂ, ਪੰਜਾਬੀ ਦੀਆਂ ਖਾਸ ਕਰਕੇ। ਫਿਰ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਕਿਸ ਤਰ੍ਹਾਂ ਦੱਸ ਸਕਦੇ ਹਾਂ ਸਹੀ ਚੀਜ਼ਾਂ, ਜੇ ਅਸੀਂ ਖੁਦ ਹੀ ਉਹਦੇ ਸੁਧਾਰ ਵੱਲ ਕੋਈ ਸਟੈਪ ਨਹੀਂ ਲੈ ਰਹੇ? ਇਹ ਮੇਰਾ ਕੁਐਸਚਨ ਸੀਗਾ ਸਰ ਤੁਹਾਡੇ ਲਈ, ਅਸੀਂ ਇਹਦੇ ਲਈ ਕੀ ਕਰ ਸਕਦੇ ਹਾਂ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਡੇ ਸਪੈਲਿੰਗ ਤੁਹਾਡੇ ਵਿਦਿਅਕ ਅਦਾਰੇ ਨੇ ਠੀਕ ਕਰਨੇ। ਜੇ ਅਸੀਂ ਸਾਰੇ ਮਤਲਬ ਪੜ੍ਹ ਕੇ ਆਉਂਦੇ ਹਾਂ ਪੰਜਾਬੀ 10ਵੀਂ ਤੱਕ, ਤੋ ਤਦ ਤੱਕ ਸਾਡੀ ਸਪੈਲਿੰਗ ਤਾਂ ਠੀਕ ਹੋ ਜਾਣੇ ਚਾਹੀਦੇ ਆ, ਉਹਦਾ ਕੋਈ ਮਸਲਾ ਨਹੀਂ ਹੋਣਾ ਚਾਹੀਦਾ। ਦੂਜਾ ਹੈ ਕਿ ਜਦੋਂ ਸਰਕਾਰ ਕੋਈ ਲਿਖਾਉਂਦੀ ਆ ਬੋਰਡ, ਕਈ ਵਾਰੀ ਬੋਰਡਾਂ ਦੇ ਬਹੁਤ ਗਲਤ ਲਿਖਿਆ ਹੁੰਦਾ, ਤੇ ਜਾਣੀ ਅਸੀਂ ਇੱਕ ਵਾਰੀ ਕਿਹਾ ਸੀਗਾ ਕਿ ਜਦੋਂ ਤੁਸੀਂ ਸਾਨੂੰ ਹੀ ਕੋਈ ਚੀਜ਼ ਭੇਜ ਦਿਓ, ਸਰਕਾਰ ਨੇ ਕੋਈ, ਤੁਸੀਂ ਆਹ ਲਾਉਣ ਲੱਗੇ ਆ, ਇਹਦੇ ਸਪੈਲਿੰਗ ਠੀਕ ਕਰ ਦਿਓ, ਤਾਂ ਅਸੀਂ ਵੀ ਬੜੀ ਖੁਸ਼ੀ ਨਾਲ ਉਹ ਤੁਹਾਨੂੰ ਕਰਕੇ ਭੇਜ ਦਾਂਗੇ। ਤੇ ਉੱਥੇ ਕਿਸੇ ਲੈਵਲ ਤੇ ਵੀ ਅਣਗਹਿਲੀ ਇਹ ਹੁੰਦੀ ਕਿ ਉਹ ਨਹੀਂ ਦਿਖਾਏ ਜਾਂਦੇ, ਜਾਂ ਕਿਉਂ ਨਹੀਂ, ਜਿਵੇਂ ਠੇਕੇਦਾਰ ਨੂੰ ਜੇ ਉਹਨਾਂ ਠੇਕਾ ਦਿੱਤਾ ਕਿ ਤੂੰ ਇੱਥੇ ਆਹ ਸਾਰੇ ਬੋਰਡ ਲਿਖਾਉਣੇ ਆ ਜਾਂ ਮੀਲ ਪੱਥਰਾਂ ਤੇ ਲਿਖਾਉਣਾ, ਤੇ ਉਹ ਇੱਕ ਅਣਗਹਿਲੀ ਜਾਂ ਕਾਹਲੀ ਵਿੱਚ ਇਹ ਕੰਮ ਕੀਤਾ ਜਾਂਦਾ। ਸੋ ਉਹਦੇ ਪਿੱਛੇ ਇਹੀ ਹੈ ਕਿ ਉਹ ਉੱਥੇ ਜਿਹੜਾ ਕਰਨ ਵਾਲਾ ਕੰਮ ਹੈ ਉਹ ਉਹਨਾਂ ਮਹਿਕਮਿਆਂ ਦਾ, ਜਿਹੜੇ ਮਹਿਕਮੇ ਕੋਲੋਂ ਜਿਹੜੇ ਮਹਿਕਮੇ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਬੋਰਡ ਲਿਖਾਉਣੇ ਆ ਜਾਂ ਕਿਸੇ ਸੰਸਥਾ ਦਾ ਨਾਮ ਲਿਖਾਉਣਾ। ਸੋ ਇਹੀ ਤਰੀਕਾ ਆਪਾਂ ਪ੍ਰੇਰ ਸਕਦੇ ਹਾਂ, ਜਾਂ ਇਸ ਬਾਰੇ ਅਖਬਾਰਾਂ 'ਚ ਲਿਖ ਸਕਦੇ ਹਾਂ ਕਿ ਸਪੈਲਿੰਗ ਠੀਕ ਹੋਣੇ ਚਾਹੀਦੇ ਆ। थैंक यू सर, शुक्रिया जी। सर मैं ਅੱਗੇ ਵੀ ਅਰਜ਼ ਕੀਤੀ ਹੈ ਕਿ ਸਮਾਂ ਬਹੁਤ ਥੋੜਾ ਹੈ ਔਰ ਸਾਡੇ ਕੁਐਸਚਨ ਤੁਹਾਡੇ ਨਾਲ ਬਹੁਤ ਜ਼ਿਆਦਾ ਨੇ, ਔਰ ਜਿਹਨੂੰ ਕਹਿ ਸਕਦੇ ਹਾਂ ਕਿ ਬਹੁਤ ਵੱਡਾ ਦਿਲੀ ਇੱਛਾ ਸੀ, ਤਾਂਘ ਸੀ ਤੁਹਾਡੇ ਵਰਗੀ ਸ਼ਖਸੀਅਤ ਨਾਲ ਬੈਠਣ ਦਾ, ਗੱਲਾਂ ਕਰਨ ਦਾ, ਇਹ ਖਤਮ ਨਹੀਂ ਹੋ ਸਕਦਾ। ਸੋ ਤੁਹਾਡੇ ਸਰੋਤਿਆਂ ਵਿੱਚੋਂ ਸਾਡੇ ਜਿਹੜੇ ਚੇਅਰਮੈਨ ਸਰ ਨੇ ਸਰਦਾਰ ਗੁਰਪ੍ਰੀਤ ਸਿੰਘ ਜੀ, ਉਹ ਵੀ ਸਾਡੇ ਨਾਲ ਜੁੜੇ ਹੋਏ ਨੇ, ਬਹੁਤ ਵੱਡੇ ਪ੍ਰਸ਼ੰਸਕ ਨੇ ਤੁਹਾਡੇ। ਸੋ ਮੈਂ ਚਾਹਾਂਗਾ ਸਰ ਤੁਸੀਂ ਵੀ 2 ਲਫ਼ਜ਼ ਸਰ ਦੇ ਨਾਲ ਜਿਹੜੀ ਹੈ ਇਸ ਸ਼ੋਅ ਨੂੰ ਖਤਮ ਕਰਦੇ ਹੋਏ ਤੁਸੀਂ ਸਾਡੇ ਨਾਲ ਜ਼ਰੂਰ। ਸਰਦਾਰ ਗੁਰਪ੍ਰੀਤ ਸਿੰਘ ਜੀ ਪਲੀਜ਼। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਵੱਡੇ ਤੇ ਬਹੁਤ ਹੀ ਸਨਮਾਨਯੋਗ ਸਰਦਾਰ ਸੁਰਜੀਤ ਸਿੰਘ ਪਾਤਰ ਜੀ, ਸਰ ਬਹੁਤ ਖੁਸ਼ੀ ਦਾ ਦਿਹਾੜਾ ਹੈਗਾ ਅੱਜ ਗੁਲਜ਼ਾਰ ਗਰੁੱਪ ਇੰਸਟੀਚਿਊਟਸ ਵਾਸਤੇ, ਜੋ ਤੁਹਾਡੇ ਨਾਲ ਸਾਨੂੰ ਰੂਬਰੂ ਹੋਣ ਦਾ ਮੌਕਾ ਮਿਲਿਆ। ਬਹੁਤ ਦੇਰ ਤੋਂ ਦਿਲ 'ਚ ਤਾਂਘ ਸੀਗੀ ਅਸੀਂ ਤੁਹਾਡੀ ਸ਼ਾਇਰੀ ਨੂੰ ਲਾਈਵ ਦੇਖੀਏ, ਲਾਈਵ ਸੁਣੀਏ, ਤੇ ਅੱਜ ਸਾਡਾ ਇੱਛਾ, ਸਾਡੇ ਟੀਚਰ, ਸਾਡੇ ਸਟੂਡੈਂਟਸ ਬਹੁਤ ਦੇਰ ਤੋਂ ਜਿਹੜੀ ਚੀਜ਼ ਚਾਹੁੰਦੇ ਸੀਗੇ, ਅੱਜ ਉਹ ਤੁਸੀਂ ਸਰ ਪੂਰੀ ਕੀਤੀ ਆਪਣਾ ਕੀਮਤੀ ਸਮਾਂ ਦੇ ਕੇ। ਅਸੀਂ ਬਹੁਤ ਬਹੁਤ ਧੰਨਵਾਦ ਹੈਗੇ ਹਾਂ ਸਰ, ਤੁਹਾਡੀ
ਸ਼ਾਇਰੀ ਜਦੋਂ ਅਸੀਂ ਪੜ੍ਹਦੇ ਹਾਂ ਤੇ ਅੱਜ ਜਦੋਂ ਤੁਹਾਡੇ ਮੂੰਹੋਂ ਅਸੀਂ ਸੁਣੀ ਲਾਈਵ ਤੇ ਉਹਦਾ ਮਜ਼ਾ ਹੀ ਸਾਨੂੰ ਅਲੱਗ ਰਿਹਾ। ਤੇ ਬਹੁਤ ਪ੍ਰੇਰਨਾ ਹੈਗੀ ਹੈ ਸਰ, ਕਵਿਤਾ ਵਿੱਚ ਬੜੀ ਪਾਵਰ ਹੁੰਦੀ ਹੈ, ਬਹੁਤ ਜਨੂਨ ਹੈ ਜੋ ਤੁਸੀਂ ਅੱਜ ਵੀ ਦੱਸਿਆ ਹੈਗਾ। ਸਾਡੇ ਗੁਰੂਆਂ ਨੇ ਸਾਰੀ ਬਾਣੀ ਕਵਿਤਾ ਦੇ ਰੂਪ ਵਿੱਚ ਲਿਖੀ ਤੇ ਕਵਿਤਾ ਦੇ ਵਿੱਚ ਕਿੰਨਾ ਉਹਦੀ ਪਾਵਰ ਹੈਗੀ ਹੈ ਇਸ ਸਮਾਜ ਨੂੰ ਸੁਧਾਰਨ ਵਿੱਚ ਜਾਂ ਵਿਗਾੜਨ ਵਿੱਚ। ਅਸੀਂ ਕਈ ਵਾਰੀ ਦੇਖਦੇ ਹਾਂ ਕਈ ਗੀਤ ਅੱਜ ਕੱਲ੍ਹ ਆ ਜਾਂਦੇ ਨੇ ਜਿਹੜੇ ਡਰੱਗਸ ਕਲਚਰ ਨੂੰ ਜਾਂ ਗਨ ਕਲਚਰ ਨੂੰ ਪ੍ਰਮੋਟ ਕਰਦੇ ਨੇ ਤੇ ਬੜਾ ਦੁੱਖ ਹੁੰਦਾ ਹੈ। ਤੇ ਉੱਥੇ ਹੀ ਸਰ ਜਦੋਂ ਅਸੀਂ ਦੇਖਦੇ ਹਾਂ ਤੁਸੀਂ ਜਾਂ ਅਸੀਂ ਮਨਰਾਜ ਤੁਹਾਡੇ ਬੇਟੇ ਦੇ ਅਸੀਂ ਜਦੋਂ ਗੀਤ ਸੁਣੀਦੇ ਨੇ ਤੇ ਬਹੁਤ ਖੁਸ਼ੀ ਮਿਲਦੀ ਹੈਗੀ ਹੈ। ਕਿੰਨੇ ਅੱਛੇ ਤੁਸੀਂ ਉਹਨਾਂ ਨੂੰ ਸੰਸਕਾਰ ਦਿੱਤੇ ਨੇ, ਕਿੰਨਾ ਅੱਛਾ ਤੁਸੀਂ ਉਹਨਾਂ ਨੂੰ ਵਿੱਦਿਆ ਦਿੱਤੀ ਹੈਗੀ ਹੈ ਤੇ ਬਹੁਤ ਮਨ ਵਿੱਚ ਖੁਸ਼ੀ ਹੁੰਦੀ ਹੈ। ਅੱਜ ਸਾਡੇ ਟੀਚਰਸ ਤੇ ਸਾਡੇ ਸਟੂਡੈਂਟਸ ਨੇ ਜੋ ਤੁਹਾਨੂੰ ਸੁਣਿਆ ਤੇ ਇਹ ਦੇਖਿਆ ਕਿ ਕਵਿਤਾ ਜਿਸ ਪਲ ਵਿੱਚ ਲਿਖੀ ਜਾਂਦੀ ਹੈ, ਜਿਸ ਵਿਸ਼ੇ ਨੂੰ ਦਰਸਾਇਆ ਜਾਂਦਾ ਹੈਗਾ, ਜੋ ਇੱਕ ਕਵੀ ਦੇ ਮਨ ਦੀ ਕਲਪਨਾ ਹੁੰਦੀ ਹੈ, ਉਹ ਸਿਰਫ ਉਸ ਸਮਾਜ ਦੀ ਜ਼ਰੂਰਤ ਦੇ ਹਿਸਾਬ ਨਾਲ ਉਹਦੇ ਆਪਣੇ ਇੱਕ ਨਜ਼ਰੀਆ ਹੁੰਦਾ ਜਿਹਨੂੰ ਉਹ ਬਹੁਤ ਸੋਹਣੇ ਸ਼ਬਦਾਂ ਦੇ ਰਾਹੀਂ ਜਦੋਂ ਕਹਿੰਦਾ ਹੈ ਤੇ ਉਹ ਸਿੱਧਾ ਦਿਲ ਨੂੰ ਛੂ ਜਾਂਦੀ ਹੈ। ਉਹੀ ਗੱਲ ਜੇ ਅਸੀਂ ਸਮਝਾਈਏ ਤੇ ਸਮਝ ਨਹੀਂ ਆਉਂਦੀ, ਪਰ ਕਵਿਤਾ ਸਿੱਧਾ ਸਾਡੇ ਦਿਲ ਦੀ ਤਾਰ ਨੂੰ ਛੇੜ ਦਿੰਦੀ ਹੈ। ਤੇ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਦਾ, ਤੁਸੀਂ ਆਪਣਾ ਕੀਮਤੀ ਸਮੇਂ ਕੱਢ ਕੇ ਸਾਡੇ ਨਾਲ ਰੂਬਰੂ ਹੋਏ। ਤੇ ਮੈਂ ਚਾਹਾਂਗਾ ਸਰ ਆਉਣ ਵਾਲੇ ਟਾਈਮ ਵਿੱਚ ਫਿਊਚਰ ਵਿੱਚ ਵੀ ਤੁਸੀਂ ਸਾਡੇ ਨਾਲ ਸਾਡੇ ਬੱਚਿਆਂ ਨੂੰ, ਜਿੱਦਾਂ ਤੁਸੀਂ ਅੱਜ ਇੱਕ ਗੱਲ ਕਹੀ ਬਹੁਤ ਅੱਛੀ ਕਿ ਅਸੀਂ ਆਪਣੇ ਲੈਕਚਰਸ ਵਿੱਚ ਜਾਂ ਕਿਸੇ ਨਾ ਕਿਸੇ ਰੂਪ ਵਿੱਚ ਨਾਟਕ ਲੇਖ ਅਸੀਂ ਆਪਣੇ ਕੋਲੋਂ ਕਾਫੀ ਕੋਸ਼ਿਸ਼ ਕਰਦੇ ਹੈਗੇ ਹਾਂ। ਯੂਥ ਫੈਸਟੀਵਲਸ 'ਚ ਬੱਚੇ ਜਾਂਦੇ ਨੇ, ਚਾਹੇ ਉਹ ਕਲਚਰਲ ਆਈਟਮਸ 'ਚ ਪਾਰਟਿਸਿਪੇਟ ਕਰਨ, ਕਵਿਤਾਵਾਂ ਲਿਖਦੇ ਨੇ, ਡਿਬੇਟਸ 'ਚ ਪਾਰਟਿਸਿਪੇਟ ਕਰਦੇ ਨੇ, ਸਕਿੱਟਸ 'ਚ ਜਾਂਦੇ ਨੇ ਤੇ ਬੜਾ ਅੱਛਾ ਬੱਚਿਆਂ ਨੇ ਸਾਡੇ ਗਿੱਧਾ ਦੀ ਪਰਫਾਰਮੈਂਸ ਲੜਕੀਆਂ ਨੇ ਦਿੱਤੀ। ਉਹ ਪੰਜਾਬ ਲੈਵਲ ਤੇ ਨਹੀਂ, ਰੀਜਨਲ ਲੈਵਲ ਤੇ ਵੀ ਲੜਕੀਆਂ ਫਸਟ ਆਈਆਂ। ਸਾਡੀ ਭੰਗੜਾ ਟੀਮ ਬਹੁਤ ਅੱਗੇ ਤੱਕ ਗਈ ਹੈਗੀ ਹੈ। ਤੇ ਆਰਟ ਤੇ ਕਲਚਰ ਸਾਡੀ ਜ਼ਿੰਦਗੀ ਦਾ ਬੜਾ ਅਹਿਮ ਹਿੱਸਾ ਹੈਗਾ ਤੇ ਭਾਵੇਂ ਅਸੀਂ ਟੈਕਨੀਕਲ ਕੋਰਸਿਸ ਪੜ੍ਹੀਏ, ਸਾਇੰਸ ਪੜ੍ਹੀਏ ਜਾਂ ਅਸੀਂ ਇੰਜੀਨੀਅਰਿੰਗ ਪੜ੍ਹੀਏ, ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਦਿਮਾਗ ਤੇ ਦਿਲ ਦਾ ਉਹ ਹਿੱਸਾ ਜਿਹੜਾ ਕਿ ਸਾਨੂੰ ਇੱਕ ਅਲੱਗ ਇਨੋਵੇਸ਼ਨ, ਇੱਕ ਅਲੱਗ ਲੈਵਲ ਦੀ ਕਵਿਤਾ ਜਾਂ ਕਿਸੇ ਆਰਟ ਦੇ ਫਾਰਮ ਵਿੱਚ, ਚਾਹੇ ਉਹ ਪੇਂਟਿੰਗ ਹੋਏ ਜਾਂ ਕਿਸੇ ਵੀ ਰੂਪ ਵਿੱਚ, ਆਪਣੇ ਦਿਲ ਨੂੰ ਐਕਸਪ੍ਰੈਸ ਕਰਨ 'ਚ ਹੈਲਪ ਕਰੇ। ਤੇ ਮੈਂ ਚਾਹਾਂਗਾ ਸਰ ਤੁਸੀਂ ਸਾਡੇ ਨਾਲ ਕਿਸੇ ਨਾ ਕਿਸੇ ਰੂਪ 'ਚ ਜ਼ਰੂਰ ਜੁੜੇ ਰਹੋ। ਬੱਚਿਆਂ ਨੂੰ ਤੁਹਾਡੇ ਆਸ਼ੀਰਵਾਦ ਦੀ, ਸਾਨੂੰ ਤੁਹਾਡੇ ਗਾਈਡੈਂਸ ਦੀ ਬਹੁਤ ਜ਼ਰੂਰਤ ਹੈਗੀ ਹੈ। ਤੇ ਅੱਜ ਸਾਰੇ ਸਰੋਤਾ ਜਿੰਨੇ ਵੀ ਸਾਡੇ ਸਟੂਡੈਂਟਸ, ਟੀਚਰਸ ਬੈਠੇ ਸੀਗੇ, ਉਹਨਾਂ ਵਿੱਚੋਂ ਨਾਲ ਸਾਡੇ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਜਨਰਲ ਸੈਕਟਰੀ ਸ਼੍ਰੀ ਆਰ.ਐਸ. ਧਨੋਆ ਜੀ ਵੀ ਨੇ, ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਾਂਗਾ। ਉਹਨਾਂ ਦਾ ਵੀ ਸਵੇਰੇ ਮੈਸੇਜ ਆਇਆ ਕਿ ਮੈਂ ਇਸ ਵੈਬੀਨਾਰ ਦਾ ਪਾਰਟ ਬਣਨਾ ਚਾਹੁੰਦਾ ਤੇ ਬੜੀ ਖੁਸ਼ੀ ਹੋਈ ਸਰ ਤੁਸੀਂ ਵੀ ਨਾਲ ਆਏ ਸਾਡੇ। ਤੇ ਨਾਲ ਸਾਡੇ ਅਮਨ ਰਾਜਪੂਤ ਜੀ, ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਓਵਰਆਲ ਕੋਆਰਡੀਨੇਟ ਕੀਤਾ, ਕਨਸੀਵ ਕੀਤਾ। ਉਦਬੋਧ ਦੇ ਨਾਮ ਉਦਬੋਧ ਵਿੱਚ ਅਸੀਂ ਪਹਿਲਾਂ ਵੀ ਕਈ ਅੱਛੇ ਪ੍ਰੋਗਰਾਮਸ ਕੀਤੇ ਹੈਗੇ ਨੇ, ਜਿਹੜੇ ਕਿ ਅਵੇਅਰਨੈਸ ਤੋਂ ਲੈ ਕੇ ਸੋਸ਼ਲ ਵੈਲਫੇਅਰ, ਕੈਂਸਰ ਅਵੇਅਰਨੈਸ ਵਿੱਚ ਕੁਲਵੰਤ ਸਿੰਘ ਧਾਲੀਵਾਲ ਜੀ ਵੀ ਆਏ ਸੀਗੇ ਤੇ ਹੋਰ ਕਈ ਸਾਰੀ ਚੀਜ਼ ਅਸੀਂ ਕਰਦੇ ਹੈਗੇ ਹਾਂ, ਜਿਹੜੇ ਕਿ ਬੱਚਿਆਂ ਨੂੰ ਇੱਕ ਅਲੱਗ ਚੀਜ਼ ਸੋਚਣ ਤੇ ਮਜਬੂਰ ਕਰਦੇ ਨੇ ਕਿ ਅਸੀਂ ਸਿਰਫ ਪੜ੍ਹਾਈ ਕਰਕੇ ਹੀ ਨਹੀਂ, ਹੋਰ ਸਮਾਜ ਵਿੱਚ ਜਿਹੜੇ ਲੋਕੀ ਇੱਕ ਲੈਵਲ ਤੇ ਪਹੁੰਚੇ ਨੇ, ਜਿਸ ਤੁਸੀਂ ਤਾਂ ਸਰ ਬਹੁਤ ਉੱਤੇ ਗਏ ਹੈਗੇ ਹੋ, ਤੇ ਇਸ ਲੈਵਲ ਤੇ ਅਸੀਂ ਜਾਣ ਦੇ ਪ੍ਰੇਰਿਤ ਵੀ ਹੋਈਏ ਤੇ ਤੁਹਾਡੇ ਨਾਲ ਰੂਬਰੂ ਵੀ ਹੋਈਏ। ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਤੇ ਸਾਰੇ ਆਰਗੇਨਾਈਜ਼ਿੰਗ ਟੀਮ। ਰਾਕੇਸ਼ ਸਰ ਤੁਸੀਂ ਬੜੇ ਅੱਛੇ ਕੁਐਸਚਨਸ ਪੁੱਛੇ ਸਰ ਨੂੰ, ਤੇ ਸਾਰੇ ਹੀ ਜਿੰਨੇ ਵੀ ਸਰੋਤਾ ਸੀਗੇ, ਸਰ ਨੇ ਬਹੁਤ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਦਾ ਜਿਹੜਾ ਸੈਸ਼ਨ ਸੀਗਾ, ਇਹ ਵਾਕਈ ਹੀ ਟਾਈਮ, ਰਾਕੇਸ਼ ਜੀ ਤੁਸੀਂ ਕਹਿ ਰਹੇ ਹੋ ਥੋੜਾ ਸੀਗਾ, ਮੈਨੂੰ ਤਾਂ ਬਹੁਤ ਹੀ ਘੱਟ ਲੱਗਿਆ। ਸਰ ਦੀ ਸ਼ਾਇਰੀ ਤੇ ਕਵਿਤਾਵਾਂ ਸੁਣ ਕੇ ਏਦਾਂ ਲੱਗਿਆ ਕਿ ਵਕਤ ਕਿੱਦਾਂ ਬੀਤ ਗਿਆ ਪਤਾ ਹੀ ਨਹੀਂ ਚੱਲਦਾ, ਤੇ ਦਿਲ ਕਰਦਾ ਹੀ ਇਹਨੂੰ ਸੁਣੀ ਜਾਵਾਂ। ਹੋਰ ਸਰ ਆਪਣੇ ਨਗਮੇ ਇੱਕ ਵਾਰ ਸਰ ਜਾਂਦਿਆਂ ਹੋਇਆਂ ਮੈਂ ਚਾਹਾਂਗਾ ਜ਼ਰੂਰ ਕੁਝ ਹੋਰ ਆਪਣੇ ਕੋਈ ਵੀ ਤੁਸੀਂ ਚੀਜ਼ ਸੁਣਾਓ ਆਪਣੇ ਦਿਲ ਦੀ ਜਿਹੜੀ ਤੁਹਾਨੂੰ ਅੱਛੀ ਲੱਗਦੀ ਹੈਗੀ ਹੈ। ਬਹੁਤ ਬਹੁਤ ਧੰਨਵਾਦ ਸਰ। ਜੀ ਬਹੁਤ ਤੁਹਾਡੇ ਪਿਆਰੇ ਲਫ਼ਜ਼ਾਂ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਤੁਸੀਂ ਬਹੁਤ ਹੀ ਪਿਆਰ ਭਰੇ ਲਫ਼ਜ਼ ਕਹੇ, ਬਹੁਤ ਮੇਰੇ ਦਿਲ ਨੂੰ ਇਹ ਵੀ ਖੁਸ਼ੀ ਹੋਈ ਕਿ ਤੁਸੀਂ ਕਿਸ ਤਰ੍ਹਾਂ ਆਪਣੀ ਸੰਸਥਾ ਦੇ ਵਿੱਚ ਕਲਾ ਨੂੰ, ਸੱਭਿਆਚਾਰ ਨੂੰ ਆਪਣੇ ਨਾਲ ਰੱਖਿਆ। ਬਹੁਤ ਖੁਸ਼ੀ ਦੀ ਗੱਲ ਹੈ। ਅਸਲ 'ਚ ਇਹੀ ਚੀਜ਼ ਬਚਾਉਣ ਵਾਲੀ ਆ ਬਹੁਤ ਬਹੁਤ, ਕਿ ਜਿਹੜੀ ਪੈਸੇ ਜਾਂ ਪਾਵਰ ਦੀ ਦੌੜ ਵਿੱਚ ਜੇ ਕੋਈ ਚੀਜ਼ ਬੰਦੇ ਦੀ ਨੂੰ ਦਿਸ਼ਾ ਦੇ ਸਕਦੀ ਆ
ਤਾਂ ਉਹ ਇਹ ਕਲਾ ਹੈ, ਕਵਿਤਾ ਹੈ, ਭਾਵੇਂ ਉਹ ਕਿਸੇ ਰੂਪ 'ਚ ਆ, ਇਲਾਹੀ ਬਾਣੀ ਦੇ ਰੂਪ 'ਚ ਆ, ਜਾਂ ਸਾਡੀ ਇੱਕ ਜਿਹੜੀ ਦੁਨਿਆਵੀ ਸ਼ਾਇਰੀ ਆ ਉਹਦੇ ਰੂਪ 'ਚ ਆ। ਸੋ ਕਿਸੇ ਨਾ ਕਿਸੇ ਰੂਪ 'ਚ ਜਿਹੜੀ ਇਹ ਸ਼ਬਦ ਨੇ, ਇਹੋ ਬੰਦਿਆਂ ਨੂੰ ਦਿਸ਼ਾ ਦਿੰਦੇ ਆ। ਔਰ ਸਭ ਤੋਂ ਮੈਂ ਸਮਝਦਾ ਕਿ ਮੈਨੂੰ ਜਿੱਥੇ ਖੁਸ਼ੀ ਹੁੰਦੀ ਕਵਿਤਾ ਪੜ੍ਹ ਕੇ, ਉਹ ਹੁੰਦੀ ਹੈ ਕਿ ਜਿੱਥੇ ਮੈਨੂੰ ਵਿਦਿਆਰਥੀ ਸੁਣ ਰਹੇ ਹੋਣ। ਮੈਨੂੰ ਲੱਗਦਾ ਕਿ ਵੀ ਇਹਨਾਂ ਦੇ ਰਾਹੀਂ ਮੈਂ ਸ਼ਾਇਦ ਅਗਲੇ ਯੁੱਗ ਤੱਕ ਚਲਾ ਜਾਵਾਂ, ਕਿ ਜੇ ਕੋਈ ਇਹਨਾਂ ਦੇ ਮਨ 'ਚ ਮੇਰੀ ਸਤਰ ਬਚੀ ਰਹਿ ਗਈ ਤਾਂ ਉਹ ਅਗਲੇ ਯੁੱਗ 'ਚ ਜਾਊਗੀ। ਦੂਜੀ ਗੱਲ ਹੈ ਕਿ ਮੈਂ ਕਹਿੰਦਾ ਹੁੰਦਾ ਕਿ ਜਦੋਂ ਅਸੀਂ ਕਦੇ ਅਕੈਡਮੀ 'ਚ ਕਵਿਤਾ ਸੁਣਾਉਣੇ ਤਾਂ ਕਵੀਆਂ ਨੂੰ ਕਵੀ ਹੀ ਕਵਿਤਾ ਸੁਣਾ ਰਹੇ ਹੁੰਦੇ ਆ, ਤੇ ਮੈਂ ਕਹਿੰਦਾ ਹੁੰਦਾ ਕਿ ਹੁਣ ਤਾਂ ਜਿਹੜਾ ਮੀਂਹ ਆ ਉਹ ਸਮੁੰਦਰ ਉੱਪਰ ਹੀ ਪੈ ਰਿਹਾ। ਤੇ ਪਰ ਜਦੋਂ ਬੱਚਿਆਂ ਨੂੰ ਕੋਈ ਚੀਜ਼ ਸੁਣਾਉਂਦੇ ਆ ਤਾਂ ਉਹਦੇ ਲੱਗਦਾ ਕਿ ਹੁਣ ਮੀਂਹ ਜਿਹੜਾ ਉਹ ਫੁੱਲਾਂ ਤੇ ਪੈ ਰਿਹਾ, ਜਾਂ ਉਹ ਰੁੱਖਾਂ ਤੇ ਪੈ ਰਿਹਾ, ਜਾਂ ਸਿਆੜਾਂ ਤੇ ਪੈ ਰਿਹਾ, ਜਾਂ ਬਾਗਾਂ ਤੇ ਮੀਂਹ ਪੈ ਰਿਹਾ। ਸੋ ਸਾਡੀ ਵੀ ਸਾਰਥਕਤਾ ਇਸ ਗੱਲ ਵਿੱਚ ਹੀ ਆ ਕਿ ਅਸੀਂ ਆਪਣੀ ਕਵਿਤਾ ਬੱਚਿਆਂ ਤੱਕ ਲਿਜਾ ਸਕੀਏ ਔਰ ਉਹਨਾਂ ਨਾਲ ਸ਼ੇਅਰ ਕਰ ਸਕੀਏ, ਉਹ ਸਾਨੂੰ ਸਮਝ ਸਕਣ, ਅਸੀਂ ਉਹਨਾਂ ਨੂੰ ਸਮਝ ਸਕੀਏ। ਤੋ ਇਹ ਇੱਕ ਐਸਾ ਰਿਸ਼ਤਾ ਜਿਹੜਾ ਬਹੁਤ ਗਹਿਰਾ ਰਿਸ਼ਤਾ, ਜਿਵੇਂ ਕਿ ਕਵਿਤਾ 'ਚ ਮੈਂ ਜਿਵੇਂ ਕਿਹਾ ਸੀ, ਕਵਿਤਾ ਜਾਂ ਕਲਾ ਹੈ, ਉਹ ਇੱਕ ਸਭ ਤੋਂ ਗਹਿਰੀ ਗੱਲ ਆਪਣੇ ਦਿਲ ਦੀ ਕਰਦੀ ਹੈ। ਕਿ ਅਸੀਂ ਉੱਪਰੀਆਂ ਗੱਲਾਂ ਕਰਦੇ ਹਾਂ, ਲੇਕਿਨ ਕਵਿਤਾ ਜਾਂ ਕਲਾ ਸਭ ਤੋਂ ਗਹਿਰੀਆਂ ਅੱਠ ਜਾਣੇ ਕਿ ਬੱਚੇ ਪਤਾ ਨਹੀਂ ਕਿੱਧਰ ਨੂੰ ਜਾ ਰਹੇ ਆ, ਪਰ ਮੈਨੂੰ ਜਿੱਥੇ ਵੀ ਜਾਣ ਦਾ ਮੌਕਾ ਮਿਲਿਆ, ਮੈਨੂੰ ਜ਼ਰੂਰ ਐਸੇ ਬੱਚੇ ਮਿਲੇ ਆ। ਔਰ ਇਹ ਹਮੇਸ਼ਾ ਖੈਰ ਮੈਂ ਯਾਦ ਕਰਦਾ ਘੱਟ ਗਿਣਤੀ ਹੁੰਦੀ ਹੈ। ਜਿੱਦਾਂ ਹੁਣ ਮੈਂ ਆਪਣੇ ਕਾਲਜ ਡੇਜ਼ ਯਾਦ ਕਰਾਂ ਤੇ ਬਹੁਤੇ ਨਹੀਂ ਸੀ ਜਿਹੜੇ ਅਸੀਂ ਵੀ ਜਿਹੜੇ ਕਵਿਤਾ 'ਚ ਦਿਲਚਸਪੀ ਲੈਣ ਵਾਲੇ ਸੀ, ਉਹ ਬਹੁਤ ਜ਼ਿਆਦਾ ਵਿਦਿਆਰਥੀ ਨਹੀਂ ਸੀ, ਲੇਕਿਨ ਜ਼ਰੂਰ ਹਰ ਜਗ੍ਹਾ ਹੁੰਦੇ ਆ। ਔਰ ਉਹ ਜਿਹੜੀ ਕਵਿਤਾ ਦਾ ਸਫ਼ਰ ਹੁੰਦਾ, ਉਹ ਕਈ ਵਾਰੀ ਵਿਦਿਆਰਥੀ ਸਿੱਧੇ ਨਾ ਵੀ ਉਹ ਅਧਿਆਪਕਾਂ ਦੇ ਜ਼ਰੀਏ ਹੋ ਜਾਂਦਾ, ਕਿ ਅਧਿਆਪਕ ਦੇ ਪੜ੍ਹਾਉਣ 'ਚ ਹੀ ਇੱਕ ਉਹ ਕਵਿਤਾ ਸ਼ਾਮਿਲ ਹੋ ਜਾਂਦੀ ਹੈ। ਸੋ ਮੈਂ ਐਜੂਕੇਸ਼ਨ ਸੰਸਥਾਵਾਂ ਦਾ, ਵਿਦਿਅਕ ਸੰਸਥਾਵਾਂ ਦਾ ਔਰ ਕਲਾ ਦਾ ਬਹੁਤ ਗਹਿਰਾ ਰਿਸ਼ਤਾ ਮਹਿਸੂਸ ਕਰਦਾ, ਔਰ ਇਸ ਗਹਿਰੇ ਰਿਸ਼ਤੇ ਦੇ ਤਹਿਤ ਹੀ ਮੈਂ ਅੱਜ ਆਪਣੇ ਆਪ ਨੂੰ ਇੱਥੇ ਆ ਕੇ ਆਪਣੇ ਆਉਣ ਦੀ ਸਮੇਂ ਦੀ ਮੈਂ ਆਪਣੇ ਸਮੇਂ ਨੂੰ ਸਾਰਥਕ ਹੋਇਆ ਸਮਝਦਾ। ਔਰ ਮੈਂ ਹਮੇਸ਼ਾ ਜੁੜਿਆ ਰਹੂੰਗਾ ਤੁਹਾਡੀ ਸੰਸਥਾ ਨਾਲ, ਤੁਹਾਡੇ ਪਿਆਰ ਨਾਲ, ਔਰ ਮੇਰੇ ਲਈ ਬਹੁਤ ਮਾਣ ਔਰ ਖੁਸ਼ੀ ਦਾ ਮੌਕਾ ਹੈ। ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ। ਸਰ ਬੇਨਤੀ ਸਰ ਨੇ ਇੱਕ ਕਵਿਤਾ ਦੀ ਕੀਤੀ ਸੀ, ਕੁਝ ਐਂਡ ਦੇ ਵਿੱਚ ਜਾਂਦੇ ਜਾਂਦੇ ਕੁਝ ਸਾਡੇ ਸਰੋਤਿਆਂ ਵਾਸਤੇ। ਚਲੋ ਮੈਂ ਤੁਹਾਨੂੰ ਇੱਕ ਬਹੁਤ ਸਾਦਾ ਜੀ ਕਵਿਤਾ ਸੁਣਾਦਾ, ਜਿਹੜੀ ਮੈਂ ਲਿਖੀ ਤਾਂ ਬੱਚਿਆਂ ਨੇ ਸੀ, ਪਰ ਤੁਸੀਂ ਸਾਦਾ ਕਹਿ ਰਹੇ ਹੋ, ਸਾਡੇ ਵਾਸਤੇ ਤਾਂ ਉਹ ਬਹੁਤ ਵੱਡੀ ਚੀਜ਼ ਹੋਏਗੀ। ਪਲੀਜ਼ ਸਾਦਾ ਇਸ ਤਰ੍ਹਾਂ ਵੀ ਉਹ ਇੱਕ ਮੈਂ ਕਹਾਣੀ ਬਣ ਗਿਆ ਕਿ ਮੈਂ ਜਿੱਦਾਂ ਹੁਣ ਪੰਜਾਬ ਦਾ ਹਾਲ ਹੋਇਆ ਵੀ ਹਰ ਬੰਦਾ ਇੱਥੋਂ ਕਹਿੰਦਾ ਕਿ ਚਲੋ ਇੱਥੋਂ ਚੱਲੀਏ, ਤਾਂ ਉੱਡ ਗਏ ਨੇ ਰੁੱਖ ਦੀ ਸਲਾਹਾਂ ਕਰਨ, ਚਲੋ ਇੱਥੋਂ ਚੱਲੀਏ। ਤੇ ਮੈਂ ਲਿਖਿਆ ਸੀਗਾ ਕਿ ਰੁੱਖ ਨੂੰ ਜਦ ਅੱਗ ਲੱਗੀ ਕੁੱਲ ਪਰਿੰਦੇ ਉੜ ਗਏ ਉੜਨਾ ਹੀ ਸੀ। ਰੁੱਖ ਨੂੰ ਜਦ ਅੱਗ ਲੱਗੀ ਕੁੱਲ ਪਰਿੰਦੇ ਉੜ ਗਏ ਉੜਨਾ ਹੀ ਸੀ। ਇੱਕ ਚਿੜੀ ਪਰ ਜਾਂਦੀ ਜਾਂਦੀ ਮੁੜ ਪਈ, ਉਸਦੇ ਮਨ ਵਿੱਚ ਸੋਚ ਆਈ, ਰੁੱਖ ਕੀ ਸੋਚੂ ਵਿਚਾਰਾ। ਉਸਨੂੰ ਲੱਗਾ ਰੁੱਖ ਦੇ ਪੱਤੇ ਜਿਵੇਂ ਹੋਵਣ ਹਜ਼ਾਰਾਂ ਅੱਖੀਆਂ, ਉੜਦਿਆਂ ਪੰਖੇਰੂਆਂ ਨੂੰ ਤੱਕਦੀਆਂ। ਕੋਲ ਇੱਕ ਤਾਲਾਬ ਸੀ, ਉਸਦੇ ਜਲ ਚੋਂ ਭਰ ਕੇ ਚੁੰਝਾਂ ਉਹ ਚਿੜੀ ਪਲ ਰਹੇ ਰੁੱਖ ਉੱਤੇ ਤਰੌਂਕਣ ਲੱਗ ਪਈ। ਕੋਲੋਂ ਦੀ ਕੋਈ ਮੁਸਾਫਰ ਲੰਘਿਆ, ਦੇਖ ਕੇ ਦ੍ਰਿਸ਼ ਡਰ ਗਿਆ, ਸੜ ਹੀ ਨਾ ਜਾਏ ਕਿਤੇ ਝੱਲੀ ਚਿੜੀ। ਕਹਿਣ ਲੱਗਾ ਭੋਲੀਏ ਚਿੜੀਏ ਤੂੰ ਸੋਚ, ਤੇਰੀਆਂ ਚੁੰਝ ਚੂੜੀਆਂ ਦੇ ਨਾਲ ਕੀ ਅੱਗ ਬਲਦੇ ਬਿਰਖ ਦੀ ਬੁੱਝ ਜਾਏਗੀ। ਜਾਣਦੀ ਹਾਂ ਐ ਮੁਸਾਫਰ, ਕਹਿਣ ਲੱਗੀ ਉਹ ਚਿੜੀ, ਮੇਰੀਆਂ ਚੁੰਝ ਚੂੜੀਆਂ ਦੇ ਨਾਲ ਤਾਂ ਅੱਗ ਬਲਦੇ ਬਿਰਖ ਦੀ ਬੁਝਣੀ ਨਹੀਂ। ਫਿਰ ਵੀ ਪਰ ਸੋਚਦੀ ਹਾਂ, ਜਦੋਂ ਜੰਗਲ ਦਾ ਕਦੀ ਇਤਿਹਾਸ ਲਿਖਿਆ ਜਾਏਗਾ, ਨਾਮ ਮੇਰਾ ਅੱਗ ਬੁਝਾਉਣ ਵਾਲਿਆਂ ਵਿੱਚ ਆਏਗਾ। ਮੇਰਾ ਅੱਗ ਬੁਝਾਉਣ ਵਾਲਿਆਂ ਵਿੱਚ ਆਏਗਾ ਤੇ ਇਹਨਾਂ ਰੁੱਖਾਂ ਦੇ ਵਾਰਿਸ ਕਹਿਣਗੇ, ਸਾਨੂੰ ਜਦ ਲੱਗਦੀ ਹੈ ਅੱਗ, ਕੁੱਲ ਪਰਿੰਦੇ ਤਰਬ ਕੇ ਉੜਦੇ ਹੀ ਨੇ, ਪਰ ਕਈ ਮੁੜਦੇ ਵੀ ਨੇ।
ਤੋ ਗੱਲ ਸੁਣ ਕੇ ਚਿੜੀ ਦੀ ਰਾਹਗੀਰ ਵੀ ਲੱਗ ਪਿਆ ਉਸ ਰੁੱਖ ਉੱਤੇ ਪਾਣੀ ਝੱਟਣ। ਹੋਰ ਤੇ ਇੱਕ ਹੋਰ ਰਾਹੀ ਆ ਗਿਆ। ਆਖਦੇ ਨੇ ਬੁਝ ਗਈ ਸੀ ਅੱਗ ਬਲਦੇ ਬਿਰਖ ਦੀ। ਆਖਦੇ ਨੇ ਬੁਝ ਗਈ ਸੀ ਅੱਗ ਬਲਦੇ ਬਿਰਖ ਦੀ, ਤੇ ਕਿਸੇ ਅਗਲੀ ਬਹਾਰ ਰੁੱਖ ਦੇ ਝੁਲਸੇ ਤਨੇ ਚੋਂ ਉਗ ਆਏ ਸੀ ਹਰੇ ਪੱਤੇ ਮਹੀਨ, ਜਿਸ ਤਰ੍ਹਾਂ ਕਿ ਕਿਸੇ ਕਾਲੇ ਸਫੇ ਉੱਤੇ ਹਰੇ ਹਰੇ ਹੋਣ ਅੱਖਰ। ਜਿਸ ਤਰ੍ਹਾਂ ਕਿ ਕਿਸੇ ਕਾਲੇ ਸਫੇ ਉੱਤੇ ਹਰੇ ਹਰੇ ਹੋਣ ਅੱਖਰ। ਰੁੱਖ ਉਹ ਇੱਕ ਆਸ ਤੇ ਵਿਸ਼ਵਾਸ ਤੇ ਧਰਵਾਸ ਦੀ ਨਜ਼ਮ ਵਰਗਾ ਹੋ ਗਿਆ ਸੀ। ਮੇਰੀ ਮਾਂ ਨੇ ਇਹ ਸੁਣਾਈ ਸੀ ਕਹਾਣੀ ਤੇ ਕਿਹਾ ਸੀ, ਇਹ ਕਦੀ ਨਾ ਸੋਚੀ ਕਿ ਲਿੱਸਾ ਹੈ ਤੂੰ, ਇਹ ਕਦੀ ਨਾ ਸੋਚੀ ਕਿ ਕੱਲਾ ਹੈ ਤੂੰ। ਰੁੱਖ ਨੂੰ ਜਦ ਅੱਗ ਲੱਗੇ ਉੜ ਪਵੀਂ, ਰੁੱਖ ਨੂੰ ਜਦ ਅੱਗ ਲੱਗੇ ਉੜ ਪਵੀਂ, ਪਰ ਮੁੜ ਪਵੀਂ ਚੁੰਝ ਦੇ ਵਿੱਚ ਨੀਰ ਭਰ ਕੇ ਉਸ ਚਿੜੀ ਨੂੰ ਯਾਦ ਕਰ। ਚੁੰਝ ਦੇ ਵਿੱਚ ਨੀਰ ਭਰ ਕੇ ਉਸ ਚਿੜੀ ਨੂੰ ਯਾਦ ਕਰ। ਕਵਿਤਾ ਇੱਕ ਸੰਦੇਸ਼ ਦੇ ਤੌਰ ਤੇ, ਇੱਕ ਪਿਆਰ ਦੇ ਤੌਰ ਤੇ बहुत प्यारा संदेश है सर, बहुत प्यारा, बहुत डूंगा कह सकते हैं संदेश है, बहुत खूबसूरत ਇਸ ਦੇ ਨਾਲ ਹੀ ਸਰ ਮੈਂ ਪਹਿਲਾਂ ਤਾਂ ਜਿਹੜੇ ਸਾਡੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਹੱਥ ਜੋੜ ਕੇ ਧੰਨਵਾਦੀ ਹਾਂ ਕਿ ਤੁਸੀਂ ਇਸ ਸੈਸ਼ਨ ਦੇ ਨਾਲ ਸਾਡੇ ਨਾਲ ਜੁੜੇ। ਅਰੇ ਉਹਨਾਂ ਨੂੰ ਨਾਲ ਲੈਂਦੇ ਹੋਏ ਸਮੂਹੀ ਧੰਨਵਾਦ ਮੇਰੀ ਡਾਕਟਰ ਸਾਹਿਬ ਤੁਹਾਨੂੰ ਹੈ, ਕੋਟੀ ਕੋਟੀ ਧੰਨਵਾਦ ਹੈ। ਬੜਾ ਹੀ ਜਿਹਨੂੰ ਕਹਿ ਸਕਦੇ ਮੇਰਾ ਯਾਦਗਾਰੀ ਪਲ ਹੈ ਕਿ ਮੈਂ ਐਸੇ ਖਾਸ ਸ਼ਖਸੀਅਤ ਦੇ ਨਾਲ ਬੈਠਿਆ, ਦੋ ਰੂਬਰੂ ਹੋਇਆ, ਉਹਨਾਂ ਦੀਆਂ ਦੋ ਗੱਲਾਂ ਸੁਣੀਆਂ, ਉਹਨਾਂ ਦੇ ਦਿਲ ਦੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ। बहुत बहुत शुक्रिया सर, साडे वालों पूरे परिवार गुलजार ग्रुप वालों तुहाडा बहुत बहुत शुक्रिया सर। मेरे वालों भी बहुत बहुत शुक्रिया, बहुत बहुत प्यार और संस्था ਨੂੰ ਵੀ बहुत आशीर्वाद। ਤੁਹਾਡੇ ਬੱਚੇ बहुत तरक्कियां ਕਰਨ, रोशन होन, रोशन ਕਰਨ, और संस्था भी दिन दुगनी रात चौगनी उन्नति करे। बहुत बहुत प्यार ਤੇ आशीर्वाद। बहुत शुक्रिया, सत श्री अकाल।